ਸੋ ਅੱਜ ਤੁਹਾਨੂੰ ਅਜਿਹੀ ਹਸਤੀ ਨਾਲ ਰੂਬਰੂ ਕਰਵਾਉਣ ਜਾ ਰਹੇ ਹਾਂ ਜਿਨ੍ਹਾਂ ਨੂੰ ਇੰਟਰੋਡਕਸ਼ਨ ਦੀ ਲੋੜ ਨਹੀਂ ਹੈਗੀ। ਲੈਜੈਂਡਰੀ ਫੋਕ ਸਿੰਗਰ ਸੁਰਿੰਦਰ ਕੌਰ ਜੀ ਦੇ ਬੇਟੀ ਤੁਹਾਨੂੰ ਮਿਲਵਾਉਣ ਜਾ ਰਹੇ ਸੀ ਡੋਲੀ ਗੁਲੇਰੀ ਜੀ ਨਾਲ। ਇਹਨਾਂ ਨਾਲ ਲਾਕਡਾਊਨ ਬਾਰੇ ਵੀ ਗੱਲਬਾਤ ਕਰਾਂਗੇ ਤੇ ਹੋਰ ਦਿਲਚਸਪ ਗੱਲਾਂ ਵੀ ਕਰਾਂਗੇ। ਡੋਲੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਟੀਵੀ ਐਨਆਰਆਈ ਤੇ। ਥੈਂਕ ਯੂ ਬੱਚੇ, ਥੈਂਕ ਯੂ ਸੋ ਮਚ। ਮੈਨੂੰ ਬਹੁਤ ਅੱਛਾ ਲੱਗ ਰਿਹਾ ਤੁਹਾਡੇ ਨਾਲ ਗੱਲ ਕਰਕੇ। ਡੋਲੀ ਜੀ, ਪਹਿਲਾਂ ਲਾਕਡਾਊਨ ਬਾਰੇ ਗੱਲ ਕਰਾਂਗੇ। ਲਾਕਡਾਊਨ ਕਿੱਦਾਂ ਚੱਲ ਰਿਹਾ, ਕੀ ਕੁਝ ਕਰ ਰਹੇ ਹੋ ਤੁਸੀਂ ਲਾਕਡਾਊਨ ਵਿੱਚ? ਦੇਖੋ, ਲਾਕਡਾਊਨ ਤੇ ਕਿਸੇ ਨੂੰ ਨਹੀਂ ਚੰਗਾ ਲੱਗਦਾ, ਘਰ ਕੋਈ ਕੈਦ ਹੋ ਜਾਏ ਤੇ ਨਹੀਂ ਚੰਗਾ ਲੱਗਦਾ, ਪਰ ਇਹ ਸਿਚੁਏਸ਼ਨ ਐਸੀ ਹੈ ਕਿ ਇਹਨੂੰ ਅੱਛਾ ਬਣਾਉਣਾ ਪੈ ਰਿਹਾ। ਪੁਰਾਣੀਆਂ ਯਾਦਾਂ ਇਕੱਠੀਆਂ ਕਰਕੇ, ਪੁਰਾਣੀਆਂ ਤਸਵੀਰਾਂ ਆਪਣੇ ਬੱਚਿਆਂ ਦੇ ਨਾਲ ਦੇਖ ਰਹੀ ਹਾਂ ਔਰ ਆਪਣੀ ਮੈਮੋਰੀਜ਼ ਨੂੰ ਰਿਵਾਈਵ, ਪੁਰਾਣੇ ਖਾਣੇ ਜੋ ਬੱਚਿਆਂ ਨੂੰ ਮੇਰੇ ਹੱਥ ਦੇ ਪਸੰਦ ਸੀ ਉਹ ਬਣਾ ਕੇ ਖਿਲਾ ਰਹੀ ਹਾਂ, ਆਪਣੇ ਪਲਾਂਟਸ ਨੂੰ ਲੁੱਕ ਆਫਟਰ ਕਰ ਰਹੀ ਹਾਂ, ਆਪਣੇ ਸੰਗੀਤ ਨੂੰ ਇੰਟਰੋਸਪੈਕਟ ਕਰ ਰਹੀ ਹਾਂ, ਨਵੀਆਂ ਚੀਜ਼ਾਂ ਗਾ ਕੇ ਐਕਸਪੈਰੀਮੈਂਟ ਕਰ ਰਹੀ ਹਾਂ ਔਰ ਆਈ ਐਮ ਇੰਜੋਇੰਗ ਮਾਈਸੈਲਫ, ਬਿਲੀਵ ਮੀ। ਹੋਰ ਤੁਸੀਂ ਕਿਹੜੀ ਐਕਟੀਵਿਟੀਜ਼ ਕੀਤੀ ਜਿਹੜਾ ਤੁਹਾਨੂੰ ਪਹਿਲਾਂ ਨਹੀਂ ਮੌਕਾ ਮਿਲਿਆ ਸੀ ਕਰਨ ਦਾ, ਉਹ ਤੁਸੀਂ ਹੁਣ ਲਾਕਡਾਊਨ ਵਿੱਚ ਕਰਨ ਦਾ ਮੌਕਾ ਮਿਲ ਰਿਹਾ? ਸਾਰੇ ਕਹਿਣਗੇ ਕਿ ਬੜੀ ਹੈਰਾਨਗੀ ਦੀ ਗੱਲ ਹੈ। ਕਰਨਲ ਸਾਹਿਬ ਬੀਇੰਗ ਅ ਆਰਮੀ ਅਫਸਰ, ਇਹ ਲੋਕ ਬੜੇ ਰੈਗੂਲਰਲੀ ਬ੍ਰਿਜ ਖੇਡਦੇ ਸੀ ਕਲੱਬਸ ਦੇ ਵਿੱਚ ਜਾ ਕੇ। ਮੈਂ ਕਦੀ ਤਾਸ਼ ਨਹੀਂ ਖੇਡੀ। ਮੈਂ ਲਾਕਡਾਊਨ ਦੇ ਵਿੱਚ ਤਾਸ਼ ਖੇਡਣੀ ਸ਼ੁਰੂ ਕਰਤੀ। ਆਈ ਪਲੇ ਰਮੀ ਵਿਦ ਮਾਈ ਹਸਬੈਂਡ। ਰੋਜ਼ ਸਾਡਾ ਸ਼ਾਮ ਨੂੰ ਸੈਸ਼ਨ ਚੱਲਦਾ ਔਰ ਹਾਰ ਜਿੱਤ ਦਾ ਫੈਸਲਾ ਹੁੰਦਾ, ਸੋ ਬੜਾ ਮਜ਼ਾ ਆਉਂਦਾ। ਸੋ ਜੋ ਜਿੱਤਦਾ ਹੈ ਉਹਨੂੰ ਟ੍ਰੀਟ ਦੇਣੀ ਪੈਂਦੀ ਹੈ। ਸੋ ਜਾਂ ਮੈਂ ਤੇ ਜਾਂ ਕਰਨਲ ਸਾਹਿਬ, ਟ੍ਰੀਟ ਤੇ ਬਣਦੀ ਹੈ ਰੋਜ਼ ਦੀ। ਸੋ ਮੈਂ ਸਮਝਦੀ ਹਾਂ ਲਾਕਡਾਊਨ ਨੇ ਕਈ ਪੁਰਾਣੀਆਂ ਗੱਲਾਂ ਨੂੰ ਰਿਵਾਈਵ ਕੀਤਾ। ਕੋਵਿਡ ਤੇ ਅੱਛਾ ਨਹੀਂ, ਕੋਵਿਡ ਤੇ ਬਹੁਤ ਬੁਰਾ ਹੈ, ਬਟ ਅਸੀਂ ਆਪਣੇ ਆਪ ਨੂੰ ਪ੍ਰੋਪਰਲੀ ਕੁਆਰੰਟਾਈਨ ਕਰਕੇ ਰੱਖਿਆ ਹੋਇਆ, ਬਾਹਰ ਨਹੀਂ ਜਾ ਰਹੇ, ਬਿਲਕੁਲ ਘਰ ਵਿੱਚ ਹੀ ਖਾਣਾ ਪੀਣਾ ਰਹਿਣਾ ਸਭ ਘਰ ਵਿੱਚ ਹੋ ਰਿਹਾ। ਕਿਤਾਬਾਂ ਪੜ੍ਹਨ ਦਾ, ਬਹੁਤ ਅੱਛੀਆਂ ਬੁੱਕਸ ਪੜ੍ਹਨ ਦਾ ਮੌਕਾ ਮਿਲ ਰਿਹਾ। ਸੋ ਆਈ ਥਿੰਕ ਇਹ ਇੱਕ ਬਲੈਸਿੰਗ ਇਨ ਡਿਸਗਾਈਜ਼ ਹੈ। ਕਿਹੜੀ ਤੁਹਾਨੂੰ ਆਪਣੀ ਫੇਵਰਿਟ ਬੁੱਕ ਪੜ੍ਹਨ ਦਾ ਮੌਕਾ ਮਿਲਿਆ, ਜਿਹੜੀ ਤੁਸੀਂ ਆਪਣੀ ਆਲ ਟਾਈਮ ਫੇਵਰਿਟ ਕਿਤਾਬ ਪੜ੍ਹੀ ਹੈ? ਬੜੀ ਦੇਰ ਦੀ ਮੈਂ ਆਪਣੀ ਫਾਦਰ ਦੀ ਲਾਇਬ੍ਰੇਰੀ ਤੋਂ ਵਿੱਚੋਂ ਭਾਈ ਨੰਦ ਲਾਲ ਦੀ ਸਟੀਕ ਪੜ੍ਹਦੀ ਦੀ ਕੋਸ਼ਿਸ਼ ਕਰਦੀ ਸੀ, ਪਰ ਉਹ ਪੰਜਾਬੀ ਬੜੀ ਔਖੀ ਲੱਗਦੀ ਸੀ ਮੈਨੂੰ ਤੇ ਮੈਂ ਛੋੜ ਦਿੰਦੀ ਸਾਂ। ਐਤਕੀ ਵਾਰੀ ਮੈਨੂੰ ਉਹ ਪੜ੍ਹਨ ਦਾ ਮੌਕਾ ਮਿਲਿਆ ਐਂਡ ਕਮਾਲ ਦੀ ਪੋਇਟਰੀ, ਕਮਾਲ ਦੀ ਸ਼ਾਇਰੀ, ਔਰ ਪੜ੍ਹ ਕੇ ਮੈਂ ਉਹਨੂੰ ਰਿਸਪੈਕਟ ਕਰ ਰਹੀ ਔਰ ਪੂਰੀ ਪਲਾਨ ਕਰ ਰਹੀ ਹਾਂ ਕਿ ਮੈਂ ਉਹਨੂੰ ਰਿਕਾਰਡ ਕਰਾਂਗੀ। ਤੁਹਾਡੇ ਗਾਇਕੀ ਦੇ ਸਫ਼ਰ ਦੀ ਗੱਲ ਕੀਤੀ ਜਾਵੇ, ਤੁਸੀਂ ਬਹੁਤ ਸਾਰੇ ਸੋਹਣੇ ਗਾਣੇ ਦਿੱਤੇ ਨੇ ਇੰਡਸਟਰੀ ਨੂੰ। ਕਿੱਦਾਂ ਦਾ ਸਫ਼ਰ ਹੈ ਤੇ ਪੇਰੈਂਟਸ ਦਾ ਬਹੁਤ ਰੋਲ ਹੁੰਦਾ ਹੈ ਜ਼ਿੰਦਗੀ ਵਿੱਚ। ਕਿਹੜੀ ਚੀਜ਼ ਹੈ ਜਿਹੜੀ ਤੁਹਾਨੂੰ ਸੁਰਿੰਦਰ ਕੌਰ ਜੀ ਦੇ, ਜੋਗਿੰਦਰ ਸਿੰਘ ਜੀ ਤੋਂ ਸਿੱਖਣ ਨੂੰ ਮਿਲੀ ਹੁਣ ਤੱਕ ਤੁਹਾਡੇ ਲਈ, ਉਹ ਇੱਕ ਤਰ੍ਹਾਂ ਦਾ ਬੈਨੀਫਿਸ਼ੀਅਲ ਸਾਬਿਤ ਹੋ ਗਿਆ? ਬਿੰਦੂ, ਮੇਰੇ ਫਾਦਰ ਬਹੁਤ ਪੜ੍ਹੇ ਲਿਖੇ ਇਨਸਾਨ ਸਨ, ਡਬਲ MA ਸਨ, MA ਪੰਜਾਬੀ, MA ਸਾਈਕੋਲੋਜੀ, ਔਰ ਸਾਰਾ ਸੰਗੀਤ ਦਾ ਜਿਹੜਾ ਮਾਮਾ ਦਾ ਪੂਰਾ ਲਾਈਫ ਸਕੈਚ ਹੈ ਸੰਗੀਤ ਦਾ, ਉਹਨੂੰ ਫਰੇਮ ਕਰਨ ਵਾਲੇ ਮੇਰੇ ਫਾਦਰ ਹੀ ਸਨ। ਔਰ ਜਦੋਂ ਮੈਂ ਪਹਿਲਾਂ ਰੇਡੀਓ ਤੇ ਗਾਣਾ ਸ਼ੁਰੂ ਕੀਤਾ ਤਾਂ ਮੇਰੇ ਡੈਡੀ ਮੇਰੇ ਵਾਸਤੇ ਗੀਤ ਲੱਭ ਕੇ ਮੈਨੂੰ ਦਿੰਦੇ ਸਨ। ਅੰਮ੍ਰਿਤਾ ਪ੍ਰੀਤਮ ਦੀ ਪੋਇਟਰੀ, ਭਾਈ ਮੋਹਨ ਸਿੰਘ ਦੀ ਪੋਇਟਰੀ, ਡਾਕਟਰ ਹਰਭਜਨ ਸਿੰਘ ਦੀ ਪੋਇਟਰੀ, ਸ਼ਿਵ ਕੁਮਾਰ ਬਟਾਲਵੀ ਦੀ ਪੋਇਟਰੀ। ਸੋ ਉਹ ਲੱਭ ਕੇ ਗੀਤ ਦਿੰਦੇ ਸਨ। ਸੋ ਉਹਨਾਂ ਦਾ ਬਹੁਤ ਵੱਡਾ ਮੇਰੇ ਸਿਰ ਦੇ ਉੱਤੇ ਆਸ਼ੀਰਵਾਦ ਹੈ। ਔਰ ਹੀ ਵਾਜ਼ ਮਾਈ ਮੈਂਟਰ, ਮਾਈ ਗਾਈਡ, ਮਾਈ ਫਿਲੋਸਫਰ, ਮਾਈ ਫਰੈਂਡ, ਮਾਈ ਫਾਦਰ। ਔਰ ਮਾਂ ਦਾ ਤੇ ਐਵੇਂ ਕਿ ਕਿਉਂਕਿ ਮਾਂ ਤੋਂ ਇਨਹੈਰਿਟ ਕੀਤਾ ਸੀ, ਸੋ ਉਹ ਥੋੜੀ ਜਿਹੀ ਟੋਨ, ਜਿਹੜੀ ਮਾਂ ਦੀ ਟੋਨ ਹੈ ਉਹ ਮਿਲੀ। ਉਹ ਮੈਂ ਰੱਬ ਦਾ ਸ਼ੁਕਰ ਕਰਦੀ ਹਾਂ, ਸ਼ੁਕਰਗੁਜ਼ਾਰ ਹਾਂ ਰੱਬ ਦੀ ਕਿ ਮੈਨੂੰ ਉਹ ਮਾਂ ਦੀ ਟੋਨ ਦਿੱਤੀ ਹੈ। ਔਰ ਜਦੋਂ ਮੈਂ ਗਾਉਂਦੀ ਹਾਂ ਤੇ ਲੋਕ ਮਾਂ ਨੂੰ ਯਾਦ ਕਰਦੇ, ਮੈਨੂੰ ਬਹੁਤ ਅੱਛਾ ਲੱਗਦਾ ਹੈ, ਬਹੁਤ ਖੁਸ਼ੀ ਹੁੰਦੀ ਹੈ। ਤੇ ਤੁਸੀਂ ਅੰਡਰ ਗਾਈਡੈਂਸ ਸੀਗੇ ਉਸਤਾਦ ਖਾਨ ਜੀ ਦੇ, ਉਹਨਾਂ ਦਾ ਲਾਈਫ 'ਚ ਕਿੰਨਾ ਸਪੋਰਟ ਰਿਹਾ? ਉਸਤਾਦ ਦਾ ਬਹੁਤ ਰੋਲ ਹੁੰਦਾ ਹੈ ਹਰ ਇੱਕ ਦੀ ਜ਼ਿੰਦਗੀ ਵਿੱਚ। ਬਹੁਤ ਵੱਡਾ ਰੋਲ ਖਾਨ ਸਾਹਿਬ ਅਬਦੁਲ ਰਹਿਮਾਨ ਖਾਨ, ਮੇਰੇ ਬਹੁਤ ਪਿਆਰੇ ਉਸਤਾਦ ਜੀ। ਔਰ ਮੈਂ ਸ਼ਾਦੀ ਤੋਂ ਬਾਅਦ ਉਹਨਾਂ ਤੋਂ ਮਿਊਜ਼ਿਕ ਸਿੱਖਣਾ ਸ਼ੁਰੂ ਕੀਤਾ ਔਰ ਮੈਂ 10 ਸਾਲ ਉਹਨਾਂ ਕੋਲੋਂ ਸੰਗੀਤ ਸਿੱਖਿਆ। ਔਰ ਪਟਿਆਲਾ ਘਰਾਨਾ ਦੇ ਉਸਤਾਦ ਸਾਨੂੰ, ਔਰ ਖਾਸ ਉਹਨਾਂ ਦੀ ਗਾਇਕੀ ਦੇ ਵਿੱਚ ਇੱਕ ਮਿਠਾਸ ਸੀ, ਜੋ ਠੁਮਰੀ ਗਾਇਕੀ ਹੁੰਦੀ ਹੈ, ਉਹਦੇ ਵਿੱਚ ਠੁਮਰੀ ਗਾਇਕੀ ਦੇ ਵਿੱਚ ਹੁੰਦਾ ਕਿ ਹਰ ਬੋਲ ਨੂੰ ਬੜੀ ਖੂਬਸੂਰਤੀ ਦੇ ਨਾਲ ਪੇਸ਼ ਕਰਨਾ, ਹਰ ਬੋਲ ਨੂੰ ਇੰਜੋਏ ਕਰਕੇ, ਫੀਲ ਕਰਕੇ ਤੇ ਫਿਰ ਗਾਉਣਾ। ਉਹ ਖਾਨ ਸਾਹਿਬ ਕੋਲੋਂ ਸਿੱਖਿਆ ਔਰ ਬੜੇ ਹੀ ਕਠਿਨ ਪਰਿਸ਼ਰਮ ਕਰਵਾਉਂਦੇ ਸਨ। 10 ਘੰਟੇ ਤੋਂ 12 ਘੰਟੇ ਤੱਕ ਰਿਆਜ਼ ਕਰਵਾਉਂਦੇ ਸਨ। ਸੋ ਉਹ
ਪੂਰੀ ਦੀ ਪੂਰੀ ਟ੍ਰੇਨਿੰਗ ਜਿਹੜੀ ਮਿਲੀ, ਉਹ ਮੈਂ ਉਹਨਾਂ ਨੂੰ ਕਵਾਂਗੀ ਕਿ ਮੈਂ ਦੇਣਦਾਰ ਹਾਂ ਉਹਨਾਂ ਦੀ, ਕਿ ਉਹਨਾਂ ਨੇ ਮੈਨੂੰ ਸੰਗੀਤ ਸਿਖਾਇਆ। ਇਹਨਾਂ ਨੇ ਉਸਤਾਦ ਦੀ ਜਿਹੜੀ ਡਾਂਟ ਵੀ ਉਹ ਵੀ ਮਿਸ਼ਰੀ ਦੇ ਬਰਾਬਰ ਹੁੰਦੀ ਹੈ। ਕਦੇ ਤੁਹਾਨੂੰ ਡਾਂਟਿਆ ਸੀ ਉਹਨਾਂ ਨੇ? ਕਦੇ ਤੁਸੀਂ ਕਿਹਾ ਸੀ ਕਿ ਡਾਂਟ ਹੈ ਤਾਂ ਮੇਰੀ ਭਲਾਈ ਲਈ ਹੋ ਰਹੀ ਹੈ, ਅੱਗੇ ਜਾ ਕੇ ਮੇਰੇ ਲਈ ਇਹ ਡਾਂਟ ਬਹੁਤ ਇੱਕ ਵਰਦਾਨ ਚ ਕਨਵਰਟ ਹੋਣ ਵਾਲੀ ਹੈ? ਡਾਂਟਦੇ ਇਸ ਕਰਕੇ ਸਨ ਕਿ ਜਦੋਂ ਮੈਂ ਕਹਿੰਦੀ ਸਾਂ ਕਿ ਮਾਮਾ ਦੇ ਨਾਲ ਮੇਰਾ ਮੁਕਾਬਲਾ ਨਾ ਕਰਵਾਓ, ਤੇ ਉਹ ਸ਼ਰਾਰਤ ਕਰਦੇ ਹੁੰਦੇ ਸਨ। ਮੈਨੂੰ ਵੀ ਉਹੀ ਕੰਪੋਜੀਸ਼ਨ ਸਿਖਾ ਦੇਣੀ ਤੇ ਮਾਮਾ ਨੂੰ ਵੀ ਉਹੀ ਸਿਖਾ ਦੇਣੀ, ਔਰ ਫਿਰ ਸਾਡਾ ਕੰਪੀਟੀਸ਼ਨ ਕਰਵਾ ਦੇਣਾ। ਫਿਰ ਕਹਿਣਾ ਕਿ ਨਹੀਂ ਜੋਤੀ ਜ਼ਿਆਦਾ ਅੱਛਾ ਗਾਉਂਦੀ ਹੈ, ਤੇ ਸਾਡੀ ਲੜਾਈ ਵੀ ਕਰਾ ਦੇਣੀ। ਤੇ ਫਿਰ ਮੈਂ ਖਾਨ ਸਾਹਿਬ ਨਾਲ ਲੜਦੀ ਸਾਂ ਤੇ ਨਾਲ ਕਹਿੰਦੀ ਸਾਂ ਕਿ ਇਹ ਤੁਸੀਂ ਚੰਗਾ ਨਹੀਂ ਕੀਤਾ, ਮਾਂ ਬੇਟੀ ਦੀ ਲੜਾਈ ਕਰਵਾਉਂਦੇ ਹੋ। ਉਹ ਇੰਜੋਏ ਕਰਦੇ ਸਨ ਇਸ ਗੱਲ ਦੀ, ਤੇ ਕਹਿੰਦੇ ਡਾਂਟਦੇ ਸਨ ਮੈਨੂੰ ਕਿ ਨਹੀਂ, ਕੰਪੀਟੀਸ਼ਨ ਦੇ ਵਿੱਚ ਆਉਣਾ ਚਾਹੀਦਾ, ਕੰਪੀਟੀਸ਼ਨ ਹੋਣਾ ਚਾਹੀਦਾ। ਸੋ ਉਹਨਾਂ ਨੇ ਮੈਨੂੰ ਇਹ ਕੌਨਫੀਡੈਂਸ ਦਿੱਤਾ ਕਿ ਮੈਂ ਸਟੇਜ ਤੇ ਇਕੱਲੀ ਖੜੀ ਹੋ ਕੇ ਤੇ ਗਾ ਸਕਾਂ। ਡੋਲੀ ਜੀ, ਅੱਜ ਦੇ ਸੰਗੀਤ ਦੀ ਕੀਤੀ ਜਾਵੇ ਗੱਲ ਤਾਂ ਬਹੁਤ ਐਕਸਪੈਰੀਮੈਂਟਸ ਹੋ ਰਹੇ ਨੇ ਕਿਤੇ ਨਾ ਕਿਤੇ। ਸੰਗੀਤ ਦਾ ਜਿਹੜਾ ਇੱਕ ਮੈਲੋਡੀ ਉਹ ਬਹੁਤ ਘੱਟ ਸੁਣਨ ਨੂੰ ਮਿਲ ਰਹੀ ਹੈ, ਸ਼ੋਰ ਜ਼ਿਆਦਾ ਸੁਣਨ ਨੂੰ ਮਿਲ ਰਿਹਾ। ਅੱਜ ਕੱਲ੍ਹ ਜਿਹੜਾ ਯੂਥ ਹੈ ਰੈਪ ਦੇ ਪਿੱਛੇ ਬਹੁਤ ਕਰੇਜ਼ੀ ਹੈ, ਕਿਉਂਕਿ ਜਿਹੜੇ ਪੁਰਾਣੇ ਸੰਗੀਤ ਹੈ ਉਹਨਾਂ ਨੂੰ ਜੇ ਪੁੱਛ ਲਓ ਕਿ ਪੁਰਾਣੇ ਗਾਣੇ ਕਿੱਦਾਂ ਦੇ ਸੀ, ਕੀ ਸੀਗਾ, ਉਹਨਾਂ ਨੂੰ ਕੁਝ ਵੀ ਨਹੀਂ ਪਤਾ ਹੋਏਗਾ। ਬੜੀ ਟ੍ਰੈਜੇਡੀ ਹੈ ਬਿਨੂ। ਬੱਚੇ ਸਮਝ ਰਹੇ ਨੇ ਹੁਣ ਹੌਲੀ ਹੌਲੀ ਕਿ ਜਿਹੜਾ ਪੁਰਾਣਾ ਸੰਗੀਤ ਹੈ ਉਹਦੇ ਵਿੱਚ ਇੱਕ ਕਲਾਸਿਕਲ ਦੀ ਤਾਲੀਮ, ਜਿਹੜੀ ਪਹਿਲਾਂ ਫਾਊਂਡੇਸ਼ਨ ਜਿਹਦੀ ਬਣਦੀ ਹੈ, ਉਹ ਬਣਨੀ ਬਹੁਤ ਜ਼ਰੂਰੀ ਹੁੰਦੀ ਹੈ। ਕਿਸੇ ਉਸਤਾਦ ਕੋਲੋਂ ਬੈਠ ਕੇ ਸਿੱਖਿਆ ਲੈਣੀ ਬਹੁਤ ਜ਼ਰੂਰੀ ਹੈ। ਦੇਖੋ, ਜਿਹੜਾ ਸੰਗੀਤ ਹੈ ਨਾ, ਉਹ ਵੀ ਇੱਕ ਲੈਂਗੁਏਜ ਹੈ। ਜਿਵੇਂ ਕੋਈ ਵੀ ਜ਼ਬਾਨ ਤੁਸੀਂ ਸਿੱਖਦੇ ਹੋ ਤੇ ਉਹਦੀ ਗ੍ਰਾਮਰ ਤੁਹਾਨੂੰ ਪਹਿਲਾਂ ਆਉਣੀ ਚਾਹੀਦੀ ਹੈ। ਕਿ ਤੁਸੀਂ ਅੰਗਰੇਜ਼ੀ ਬੋਲੋਗੇ, ਤੁਹਾਨੂੰ ਗ੍ਰਾਮਰ ਆਉਂਦੀ ਨਹੀਂ ਤੇ ਤੁਸੀਂ ਫਿਰ ਕੀ ਬੋਲੋਗੇ? ਉਸੇ ਤਰ੍ਹਾਂ ਸੰਗੀਤ ਹੈ, ਉਹਦੀ ਗ੍ਰਾਮਰ ਜਿਹੜੀ ਹੈ ਉਹ ਕਲਾਸਿਕਲ ਮਿਊਜ਼ਿਕ ਹੈ। ਜੇ ਕਲਾਸਿਕਲ ਮਿਊਜ਼ਿਕ ਸਿੱਖੋਗੇ ਤੇ ਤੁਸੀਂ ਕੁਝ ਵੀ ਗਾ ਸਕਦੇ ਹੋ, ਗਜ਼ਲ, ਗੀਤ, ਭਜਨ, ਲੋਕ ਗੀਤ, ਆਈ ਮੀਨ ਐਵਰੀਥਿੰਗ। ਪਰ ਬੇਸਿਕ ਨੌਲੇਜ ਦੇ, ਕਿਉਂਕਿ ਸੁਰ ਤੇ ਸੱਤ ਹੀ ਨੇ ਨਾ, ਸਾਰੇ ਗਾਮਾ ਪਾਧਾ ਨੀਸਾ, ਸੁਰ ਤੇ ਇਹੀ ਰਹਿਣੇ ਨੇ। ਜੇ ਤਾਲੀਮ ਸਹੀ ਮਿਲੀ ਹੋਵੇ ਤੇ ਫਿਰ ਉਹ ਸਹੀ ਯੂਜ਼ ਕਰਨ ਦਾ ਤਰੀਕਾ ਗੁਰੂ ਹੀ ਸਿਖਾ ਸਕਦੇ ਨੇ। ਕਿੰਨੀ ਕੁ ਸਮਝ ਅੱਜ ਦੀ ਯੁਵਾ ਪੀੜ੍ਹੀ ਨੂੰ ਪਹਿਲਾਂ ਵਾਲੇ ਸੰਗੀਤ ਦੀ, ਜੇ ਗੱਲ ਕਰੀਏ ਤਾਂ ਆਪਾਂ? ਸਿੱਖਣਾ ਨਹੀਂ ਚਾਹੁੰਦੇ ਬੇਟੇ। ਮੈਨੂੰ ਬੜੀ ਇਸ ਚੀਜ਼ ਦਾ ਦੁੱਖ ਲੱਗਦਾ ਹੈ ਕਿ ਬੱਚੇ ਮਿਹਨਤ ਕਿਉਂ ਨਹੀਂ ਕਰਨਾ ਚਾਹੁੰਦੇ। ਮਿਹਨਤ ਕਰਨ ਤੇ ਸੰਗੀਤ ਤੇ ਇੱਕ ਐਸੀ ਰੂਹਾਨੀ ਸ਼ਕਤੀ ਹੈ, ਇਹ ਤੇ ਰੂਹ ਦੀ ਖੁਰਾਕ ਹੈ। ਸੋ ਸੰਗੀਤ ਐਸੀ ਚੀਜ਼ ਹੈ ਜੋ ਤੁਸੀਂ ਗਾਓ, ਉਹਦੇ ਵਿੱਚ ਇੱਕ ਮਿਠਾਸ ਹੈ, ਉਹਦੇ ਵਿੱਚ ਇੱਕ ਸਰੂਰ ਹੈ, ਇੱਕ ਸਕੂਨ ਹੈ। ਘਰ ਦੇ ਵਿੱਚ ਤਾਨਪੁਰਾ ਛਿੜਿਆ ਹੁੰਦਾ ਹੈ ਔਰ ਰਿਆਜ਼ ਕਰ ਰਹੀ ਹੁੰਦੀ ਹਾਂ ਮੈਂ, ਤੇ ਮੇਰੇ ਹਸਬੈਂਡ ਕਹਿੰਦੇ ਨੇ ਇੰਝ ਲੱਗਦਾ ਮੇਰਾ ਘਰ ਪਵਿੱਤਰ ਹੋ ਗਿਆ। ਸੋ ਸੰਗੀਤ ਦੇ ਵਿੱਚ ਇਹ ਸ਼ਕਤੀ ਹੈ ਕਿ ਤੁਸੀਂ ਸਕੂਨ ਮਹਿਸੂਸ ਕਰਦੇ ਹੋ। ਪਰ ਜਦੋਂ ਸਕੂਨ ਦੇ ਵਿੱਚ ਰੌਲਾ ਪੈ ਜਾਏ ਤੇ ਫਿਰ ਉਹ ਸਕੂਨ ਤੇ ਨਹੀਂ ਲੱਗਦਾ ਨਾ, ਉਹ ਤੇ ਰੌਲਾ ਹੋ ਗਿਆ। ਸੋ ਅੱਜ ਕੱਲ੍ਹ ਦਾ ਸੰਗੀਤ ਜਿਹੜਾ ਬਹੁਤਾ ਰੌਲਾ ਹੈ, ਕਿਉਂਕਿ ਮਿਊਜ਼ਿਕ ਵੱਧ ਹੈ ਤੇ ਗਾਇਕੀ ਘੱਟ ਹੈ। ਸਾਡੇ ਟਾਈਮ ਤੇ ਜੋ ਮੈਂ ਮਾਂ ਨੂੰ ਵੇਖਿਆ ਹੈ, ਹੋਰ ਉਸਤਾਦਾਂ ਨੂੰ ਦੇਖਿਆ ਹੈ, ਸਲਾਮਤ ਅਲੀ, ਨਜ਼ਾਕਤ ਅਲੀ ਸਾਡੇ ਘਰ ਆ ਕੇ ਰਹਿੰਦੇ ਸੀ। ਖਾਨ ਸਾਹਿਬ, ਮਹਿਦੀ ਹਸਨ, ਗੁਲਾਮ ਅਲੀ ਮਾਮਾ ਦੇ ਘਰ ਆ ਕੇ ਰਹਿੰਦੇ ਸੀ ਜਦੋਂ ਮੈਂ ਛੋਟੀ ਸੀ। ਮੈਂ ਦੇਖਿਆ ਕਿ ਉਹ ਕਿਸ ਤਰ੍ਹਾਂ ਤਪੱਸਿਆ ਕਰਦੇ ਸੀ, ਹਰ ਰੋਜ਼ ਸਵੇਰੇ ਉੱਠ ਕੇ ਰਿਆਜ਼ ਕਰਦੇ ਸੀ। ਉਹ ਜਿਹੜੀ ਤਾਲੀਮ ਹੈ ਉਹ ਜ਼ਰੂਰੀ ਹੁੰਦੀ ਹੈ, ਔਰ ਉਹਦੇ ਵਿੱਚ ਇੱਕ ਬਹੁਤ ਹੀ ਮਜ਼ਾ ਆਉਂਦਾ ਸੀ। ਉਹ ਦਿਲ ਕਰਦਾ ਸੀ ਕਿ ਗਾਏ ਚਲੇ ਜਾਣ। ਮਾਹੌਲ ਹੀ ਕੁਝ ਹੋਰ ਹੁੰਦਾ ਹੈ। ਸੋ ਸੰਗੀਤ ਨੂੰ ਤੇ ਇੱਕ ਸਾਧਨਾ ਹੈ, ਇੱਕ ਪੂਜਾ ਹੈ। ਜੇ ਤੁਸੀਂ ਇਸ ਸਾਧਨਾ ਨੂੰ ਪੂਜਾ ਜਿਸ ਤਰ੍ਹਾਂ ਮੰਨ ਕੇ ਕਰੋ ਤੇ ਫਿਰ ਤੇ ਮਜ਼ਾ ਹੀ ਮਜ਼ਾ। ਡੋਲੀ ਜੀ, ਤੁਹਾਡੇ ਅਕੋਰਡਿੰਗ ਸਹੀ ਸੰਗੀਤ ਦੀ ਪਰਿਭਾਸ਼ਾ ਕੀ ਹੈ? ਅਸਲੀ ਪਰਿਭਾਸ਼ਾ ਕੀ ਹੈ ਸੰਗੀਤ ਦੀ? ਅਸਲੀ ਪਰਿਭਾਸ਼ਾ ਹੈ ਇਹ ਹੀ ਮੈਂ ਸਮਝਦੀ ਹਾਂ। ਇਹਦੀ ਪਰਿਭਾਸ਼ਾ ਆਪਣੇ ਦਿਲ ਤੋਂ ਨਿਕਲਣੀ ਚਾਹੀਦੀ ਹੈ ਕਿ ਜਦੋਂ ਤੁਹਾਡੇ ਦਿਲ ਨੂੰ ਸਕੂਨ ਮਿਲਦਾ ਹੈ, ਉਹ ਹੀ ਸੰਗੀਤ ਹੈ। ਜਦੋਂ ਤੁਹਾਡੇ ਦਿਲ ਨੂੰ ਸਕੂਨ ਨਾ ਮਿਲੇ, ਉਹ ਸੰਗੀਤ ਨਹੀਂ ਹੈ, ਉਹ ਸ਼ੋਰ ਹੈ। ਅੰਗਰੇਜ਼ੀ ਦੇ ਵਿੱਚ ਇੱਕ ਕਹਾਵਤ ਹੈ ਕਿ ਨੋਇਜ਼ ਐਂਡ ਮਿਊਜ਼ਿਕ ਆਰ ਜਸਟ ਅ ਹੇਅਰ ਲਾਈਨ ਅਪਾਰਟ। ਇੱਕ ਵੋਲਿਊਮ ਤੋਂ ਤੁਸੀਂ ਉਹ ਵੱਧ ਕਰਦੇ ਹੋ ਤੇ ਸੰਗੀਤ ਜਿਹੜਾ ਉਹ ਰੌਲਾ ਬਣ ਜਾਂਦਾ। ਬਿਲਕੁਲ ਵੋਲਿਊਮ ਵਧਾ ਦਿਓ ਰੇਡੀਓ ਦੀ ਜਾਂ ਟੀਵੀ ਦੀ, ਤੇ ਇੱਕ ਪਹਿਲਾਂ ਤੇ ਉਹ ਬੜਾ ਅੱਛਾ ਲੱਗ ਰਿਹਾ, ਮਿੱਠਾ ਮਿੱਠਾ ਜਗਜੀਤ ਸਿੰਘ ਗਾ ਰਹੇ ਨੇ, ਬੜਾ ਮਿੱਠਾ ਲੱਗ ਰਿਹਾ। ਜਦੋਂ ਤੁਸੀਂ ਵੋਲਿਊਮ ਵਧਾ ਕੇ ਕਿਸੇ ਪੌਪ ਸਿੰਗਰ ਨੂੰ ਸੁਣਨਾ ਸ਼ੁਰੂ ਕਰ ਦਿਓ ਤੇ ਉਹ ਕਹਿੰਦੇ ਕਿ ਬੰਦ ਕਰੋ, ਇਹ ਕੀ ਹੋ ਰਿਹਾ ਹੈ ਨਾ, ਉਹ ਕੰਨਾਂ ਨੂੰ ਖਾਂਦਾ ਹੈ ਤੇ ਉਹ ਕੰਨਾਂ ਨੂੰ ਹਰਟ ਕਰਦਾ ਹੈ। ਉਹ ਸੰਗੀਤ ਨੂੰ ਗੁਰੂ ਜੀ ਕਹਿੰਦੇ ਹੁੰਦੇ ਸਨ, ਇਹ ਕਰਨ ਰਸ ਹੈ, ਇਹ ਕੰਨਾਂ ਦਾ ਰਸ ਹੈ ਜਿਹੜਾ ਕੰਨਾਂ ਤੋਂ ਦਿਲ ਦੇ ਵਿੱਚ ਉਤਰਦਾ ਹੈ। ਔਰ ਜਦੋਂ ਦਿਲ ਦੇ ਵਿੱਚ ਉਤਰ ਜਾਏ ਤੇ ਫਿਰ ਉਹ ਕਦੀ ਨਹੀਂ ਜਾਂਦਾ, ਉਹ ਹਮੇਸ਼ਾ ਤੁਹਾਡੇ ਨਾਲ ਰਹਿੰਦਾ।
ਅੱਛਾ ਜੀ, ਗਾਇਕਾਂ ਦੀ ਅੱਜ-ਕੱਲ੍ਹ ਦੇ ਗਾਇਕਾਂ ਦੀ ਆਪਾਂ ਗੱਲ ਕਰੀਏ, ਤੁਹਾਡੇ ਅਕੋਰਡਿੰਗ ਕੌਣ ਹੈ ਜਿਹਨੂੰ ਵਾਕਈ ਸਹੀ ਸੰਗੀਤ ਦੀ ਜਿਹੜੀ ਸਮਝ ਹੈ? ਬਹੁਤ ਘੱਟ ਨੇ ਇਹੋ ਜਿਹੇ ਗਾਇਕ, ਚਾਹੇ ਉਹ ਪੰਜਾਬੀ ਇੰਡਸਟਰੀ ਹੋਵੇ ਜਾਂ ਬਾਲੀਵੁੱਡ ਹੋਵੇ। ਤੁਸੀਂ ਕਿਹਨੂੰ ਮੰਨਦੇ ਹੋ? ਬਾਲੀਵੁੱਡ ਵਿੱਚ ਬੜੇ ਅੱਛੇ ਅੱਛੇ ਮਿਊਜ਼ੀਸ਼ੀਅਨਸ ਸਿੰਗਰਸ ਆ ਰਹੇ ਨੇ, ਉਸਤਾਦ ਮਿਊਜ਼ਿਕ ਡਾਇਰੈਕਟਰਸ ਬਹੁਤ ਵਧੀਆ ਬੈਠੇ ਨੇ। ਉਹ ਆਪਣੇ ਬੱਚਿਆਂ ਨੂੰ ਜਾਂ ਆਪਣੇ ਸਿੰਗਰਸ ਨੂੰ ਟ੍ਰੇਨ ਕਰ ਲੈਂਦੇ ਨੇ। ਉਹ ਜਿਸ ਤਰ੍ਹਾਂ ਦਾ ਮਿਊਜ਼ਿਕ ਡਾਇਰੈਕਟਰ ਚਾਹੁੰਦਾ ਹੈ, ਉਹ ਉਸ ਤਰ੍ਹਾਂ ਹੀ ਉਹਨਾਂ ਨੂੰ ਗਵਾ ਲੈਂਦਾ ਹੈ। ਉਹਨਾਂ ਦੇ ਵਿੱਚ ਕਾਬਲੀਅਤ ਹੁੰਦੀ ਹੈ, ਕੁਝ ਗ੍ਰੈਸਪ ਕਰਨ ਦੀ ਵੀ ਕਾਬਲੀਅਤ ਹੁੰਦੀ ਹੈ, ਸਿੱਖਣ ਦੀ ਹੁੰਦੀ ਹੈ ਗੱਲ, ਔਰ ਇੱਕ ਪੇਸ਼ੈਂਸ ਹੁੰਦੀ ਹੈ। ਔਰ ਗਾਇਕੀ ਦੇ ਵਿੱਚ ਇੱਕ ਬੜੀ ਵੱਡੀ ਗੱਲ ਹੈ ਕਿ ਹਲੀਮੀ, ਕਹਿੰਦੇ ਨੇ ਕਿ ਹਲੀਮੀ ਹੋਣੀ ਬਹੁਤ ਜ਼ਰੂਰੀ ਹੈ। ਇੱਕ ਬੰਦਾ ਐਟੀਟਿਊਡ ਨਾ ਰੱਖੇ, ਇੱਕ ਐਸਾ ਹਲੀਮੀ ਦਾ ਐਟੀਟਿਊਡ ਹੋਏ ਕਿ ਤੁਸੀਂ ਪੇਸ਼ੈਂਸ ਹੋਵੇ ਤੁਹਾਡੇ ਵਿੱਚ, ਔਰ ਤੁਸੀਂ ਆਰਾਮ ਨਾਲ ਸੰਗੀਤ ਨੂੰ ਸਮਝ ਕੇ ਤੇ ਫਿਰ ਗਾਓ। ਇੱਕ ਇਹ ਤਰੀਕਾ ਹੈ, ਤੇ ਇੱਕ ਹੈ ਕਿ ਤੁਸੀਂ ਬਕਾਇਦਾ ਟ੍ਰੇਨਿੰਗ ਲਈ ਹੋਈ ਹੈ, ਤੇ ਤੁਹਾਨੂੰ ਕੋਈ ਵੀ ਕੁਝ ਵੀ ਗਾਣ ਨੂੰ ਕਹੇ ਤੁਸੀਂ ਗਾ ਸਕਦੇ ਹੋ। ਸਾਡੀ ਇੰਡਸਟਰੀ ਦੇ ਵਿੱਚ ਪੰਜਾਬੀ ਮਿਊਜ਼ਿਕ ਫਰੈਟਰਨਿਟੀ ਦੇ ਵਿੱਚ ਬੜੇ ਅੱਛੇ ਅੱਛੇ ਮੁੰਡੇ ਕੁੜੀਆਂ ਆਏ ਨੇ। ਇੱਕ ਪਹਿਲਾ ਜ਼ਮਾਨਾ ਸੀ ਜਦੋਂ ਹੰਸਰਾਜ ਹੰਸ, ਸਰਦੂਲ ਸਿਕੰਦਰ ਬੜਾ ਅੱਛਾ ਗਾ ਰਹੇ ਸਨ। ਦਲੇਰ ਬਹੁਤ ਸੋਹਣਾ ਗਾਉਂਦਾ ਹੈ, ਹਾਈ ਪਿਚ ਉਹਦੀ ਬਹੁਤ ਵਧੀਆ ਹੈ। ਔਰ ਹੁਣ ਦੇ ਬੱਚਿਆਂ ਵਿੱਚੋਂ ਜਿਹੜੇ ਪੜ੍ਹੇ ਲਿਖੇ ਸਮਝਦਾਰ ਬੱਚੇ ਨੇ, ਉਹਨਾਂ ਦੇ ਵਿੱਚੋਂ ਮੈਂ ਸਤਿੰਦਰ ਸਰਤਾਜ ਨੂੰ ਮੰਨਾਂਗੀ ਕਿ ਉਹ ਪੜ੍ਹ ਕੇ ਲਿਖ ਕੇ ਸਮਝ ਕੇ ਮਿਊਜ਼ਿਕ ਨੂੰ ਗਾਉਂਦਾ ਹੈ। ਉਹ ਲਿਖਦਾ ਵੀ ਹੈ, ਔਰ ਉਹ ਆਪਣੀ ਲਿਖੀ ਹੋਈ ਲਿਰਿਕਸ ਨੂੰ ਉਸ ਤਰ੍ਹਾਂ ਹੀ ਪੇਸ਼ਕਾਰੀ ਵੀ ਕਰਦਾ ਹੈ, ਔਰ ਇੱਕ ਬੜੇ ਠਹਿਰੇ ਹੋਏ ਸੁਭਾਅ ਦੇ ਨਾਲ ਬੈਠ ਕੇ ਆਰਾਮ ਨਾਲ ਗਾਉਂਦਾ। ਕੋਈ ਨੱਚ ਟੱਪ ਕੇ, ਕਿਉਂਕਿ ਸੰਗੀਤ ਜਿਹੜਾ ਉਹ ਨੱਚ ਟੱਪ ਕੇ ਗਾਣ ਵਾਲਾ ਨਹੀਂ। ਡਾਂਸਰਸ ਅਲੱਗ ਹੁੰਦੇ ਨੇ, ਸਿੰਗਰਸ ਅਲੱਗ ਹੁੰਦੇ ਨੇ। ਤੁਸੀਂ ਡਾਂਸ ਕਰਕੇ ਨਹੀਂ ਗਾ ਸਕਦੇ, ਕਿਉਂਕਿ ਤੁਹਾਨੂੰ ਜਦੋਂ ਤੁਸੀਂ ਡਾਂਸ ਕਰਦੇ ਹੋ ਤੁਹਾਨੂੰ ਸਾਹ ਚੜ ਜਾਂਦਾ, ਤੇ ਫਿਰ ਉਹ ਗਾਇਆ ਨਹੀਂ ਜਾਂਦਾ। ਆਰਾਮ ਨਾਲ ਬੈਠ ਕੇ ਤੁਸੀਂ ਗਾਓ, ਉਹ ਸੰਗੀਤ ਹੈ ਜਿਹੜਾ ਸੁਣਨ ਵਾਲਿਆਂ ਨੂੰ ਵੀ ਚੰਗਾ ਲੱਗੇ ਤੇ ਗਾਣ ਵਾਲੇ ਨੂੰ ਵੀ ਉਹਦਾ ਮਜ਼ਾ ਆਏ। ਸੋ ਕਈ ਬੱਚੇ ਹੈਗੇ ਨੇ ਬੜੇ ਅੱਛੇ ਅੱਛੇ। ਡੋਲੀ ਜੀ, ਰਿਆਜ਼ ਕਰਨ ਲਈ ਕਹਿੰਦੇ ਨੇ ਜੇ ਸਮੁੰਦਰ ਕਿਨਾਰੇ ਬੈਠ ਕੇ ਰਿਆਜ਼ ਕੀਤਾ ਜਾਵੇ ਤਾਂ ਸ਼ਾਂਤੀ ਅਲੱਗ ਹੀ ਹੁੰਦੀ ਹੈ, ਪਰ ਇਹ ਜ਼ਰੂਰੀ ਹੈ ਕਿ ਜਿਹੜਾ ਰਿਆਜ਼ ਉਹ ਕਿਤੇ ਵੀ ਕੀਤਾ ਜਾ ਸਕਦਾ? ਜ਼ਰੂਰੀ ਨਹੀਂ ਕਿ ਬੰਦਾ ਸਮੁੰਦਰ ਕਿਨਾਰੇ ਬੈਠ ਕੇ ਹੀ ਕਰੇ। ਨਹੀਂ ਨਹੀਂ, ਐਸੀ ਕੋਈ ਗੱਲ ਨਹੀਂ ਹੈ। ਉਹਦਾ ਸਕੂਨ ਦਾ ਮਜ਼ਾ ਤੁਹਾਨੂੰ ਆਪ ਹੀ ਲੈਣਾ ਪੈਂਦਾ। ਤੁਸੀਂ ਇਕੱਲੇ ਬੈਠ ਕੇ ਕਿਤੇ ਵੀ ਗਾ ਸਕਦੇ ਹੋ। ਨਾਰਮਲੀ ਇਹ ਹੁੰਦਾ ਹੈ, ਕੋਈ ਤੁਹਾਡੇ ਸਾਹਮਣੇ ਬੈਠਾ ਹੋਏ ਜਾਂ ਕੋਈ ਸ਼ੋਰ ਸ਼ਰਾਬਾ ਹੋਏ ਤੇ ਤੁਹਾਡੀ ਕੌਨਸੈਂਟਰੇਸ਼ਨ ਜਿਹੜੀ ਹੈ ਉਹ ਡਿਸਟਰਬ ਹੋ ਜਾਂਦੀ ਹੈ, ਕਿਉਂਕਿ ਰਿਆਜ਼ ਜਿਹੜਾ ਹੈ ਉਹ ਪੂਰੀ ਕੌਨਸੈਂਟਰੇਸ਼ਨ ਦੇ ਨਾਲ ਜਦੋਂ ਅਸੀਂ ਸੁਰ ਲਗਾਉਂਦੇ ਹਾਂ ਤੇ ਉਹ ਕੌਨਸੈਂਟਰੇਸ਼ਨ ਦੇ ਨਾਲ ਹੋਣਾ ਚਾਹੀਦਾ। ਸੋ ਇਕੱਲੇ ਇਕਾਂਤ ਜਗ੍ਹਾ ਤੇ ਬੈਠ ਕੇ ਕਰੋ ਤੇ ਜ਼ਰਾ ਜ਼ਿਆਦਾ ਮਜ਼ਾ ਆਉਂਦਾ। ਹੁਣ ਹਰ ਥਾਂ ਤੇ ਸਮੁੰਦਰ ਤੇ ਹੋ ਨਹੀਂ ਸਕਦਾ। ਬਿਲਕੁਲ। ਸੁਰਿੰਦਰ ਕੌਰ ਜੀ ਦਾ ਕੋਈ ਆਲ ਟਾਈਮ ਫੇਵਰਿਟ Song ਜਿਹੜਾ ਤੁਸੀਂ ਜਦੋਂ ਵੀ ਫ੍ਰੀ ਹੁੰਦੇ ਹੋ ਜਾਂ ਰਿਆਜ਼ ਕਰਦੇ ਹੋ ਤੁਹਾਡੇ ਜ਼ੁਬਾਨ ਤੇ ਇੱਕਦਮ ਆ ਜਾਂਦਾ ਹੋਵੇ, ਅਸੀਂ ਉਹ ਸੁਣਨਾ ਚਾਹਾਂਗੇ। ਕਿਉਂਕਿ ਮਾਂ ਉਹ ਦੇ ਨਾ ਉਹ ਇੱਕ ਤਰ੍ਹਾਂ ਦਾ ਟ੍ਰਿਬਿਊਟ ਹੋਏਗਾ ਕਿ ਲੈਜੈਂਡਰੀ ਫੋਕ ਸਿੰਗਰ ਦਾ ਤੁਸੀਂ ਗਾਣਾ, ਆਪਣੀ ਮਦਰ ਦਾ ਗਾਣਾ ਪੇਸ਼ ਕਰ ਰਹੇ ਹੋ ਆਪਣੇ ਚਾਹਣ ਵਾਲੇ ਵਾਸਤੇ। ਮੈਨੂੰ ਤੇ ਮਾਂ ਦੇ ਸਾਰੇ ਗਾਣੇ ਬਹੁਤ ਚੰਗੇ ਲੱਗਦੇ ਨੇ। ਹੁਣ ਇੱਕ ਹੋਰ ਬੜੀ ਮਜ਼ੇਦਾਰ ਗੱਲ ਹੈ ਬੀਨੂ, ਕਿ ਅੱਜ ਕੱਲ YouTube ਦੇ ਉੱਤੇ ਸਾਰੀਆਂ ਪੁਰਾਣੀਆਂ ਚੀਜ਼ਾਂ ਦੁਬਾਰਾ ਰਿਵਾਈਵ ਹੋ ਰਹੀਆਂ। ਮਾਂ ਨੇ ਜੋ ਬਾਲੀਵੁੱਡ ਦੇ ਵਿੱਚ 35 ਫਿਲਮਾਂ ਦੇ ਵਿੱਚ ਗਾਇਆ ਸੀ, ਤਲਤ ਜੀ ਨਾਲ, ਮੁਕੇਸ਼ ਨਾਲ, ਰਫੀ ਨਾਲ, ਲਤਾ ਜੀ ਨਾਲ, ਆਸ਼ਾ ਭੋਸਲੇ ਨਾਲ, ਉਹ ਗੀਤ ਦੁਬਾਰਾ ਰਿਵਾਈਵ ਹੋ ਰਹੇ ਨੇ। ਹੁਣ YouTube ਦੇ ਉੱਤੇ ਉਹ ਗਾਣੇ ਸੁਣਨ ਨੂੰ ਵੀ ਮਿਲ ਰਹੇ ਨੇ। ਅਸੀਂ ਹੈਰਾਨ ਹੋ ਜਾਂਦੇ ਹਾਂ ਕਿ ਇਹ ਵੀ ਮਾਮਾ ਨੇ ਗਾਇਆ ਹੋਇਆ ਸੀ। ਬੜੇ ਹੈਰਾਨ ਹੋਈਦਾ। ਨਰਗਿਸ ਇਨੈਕਟ ਕਰ ਰਹੀ ਹੈ, ਰਾਜ ਕਪੂਰ ਰਹੇ ਨੇ, ਉਹਨਾਂ ਦੇ ਉੱਤੇ ਗਾਣੇ ਗਾਏ ਹੋਏ ਆ। ਪਰ ਜਦੋਂ ਮਾਮਾ ਫੋਕ ਦੇ ਵਿੱਚ ਆਏ ਨੇ ਤੇ ਉਹਨਾਂ ਨੇ ਪੰਜਾਬੀ ਫੋਕ ਨੂੰ ਬਹੁਤ ਹੀ ਤਰਜੀਹ ਦਿੱਤੀ, ਔਰ ਉਹ ਪੰਜਾਬੀ ਫੋਕ ਨੂੰ ਔਰ ਪੰਜਾਬੀ ਮਿਊਜ਼ਿਕ ਨੂੰ ਹੀ ਉਹਨਾਂ ਨੇ ਹਾਈਲਾਈਟ ਕੀਤਾ। ਤੇ ਮਾਂ ਦੀਆਂ ਚੀਜ਼ਾਂ ਤੇ ਮੈਨੂੰ ਸਾਰੀਆਂ ਹੀ ਚੰਗੀਆਂ ਲੱਗਦੀਆਂ। ਸ਼ਿਵ ਕੁਮਾਰ ਬਟਾਲਵੀ ਦਾ ਗੀਤ ਹੈਗਾ, ਵਾਸਤਾਈ ਮੇਰਾ ਮੇਰੇ ਦਿਲਾਂ ਦੇ ਅਮੇਰਮਾ, ਹੁੱਲੀਆਂ ਕਨੇਰਾਂ ਕਰ ਆ, ਲੱਗੀ ਤੇਰੀ ਦੀਦ ਦੀਵੇ ਤੇ ਮੇਰੇ ਦੀਦਿਆਂ ਨੂੰ ਇੱਕ ਕੁੱਟ ਚਾਨਣੀ ਪਿਆਵੇ, ਵਾਸਤਾਈ ਮੇਰਾ ਮੇਰੇ ਦਿਲਾਂ ਦੇ ਮੇਰਮਾ। ਲਾਜਵਾਬ ਡੋਲੀ ਜੀ, ਮਤਲਬ ਮੈਮਰੀਜ਼ ਇੱਕਦਮ ਇੱਕ ਬੜਾ ਡੈਫੀਨਿਟਲੀ। ਦੂਰ ਗੀਤ ਹੈ। ਬਾਕੀ ਮਾਂ ਦੇ ਤੇ ਜਿਹੜੇ ਮਾਮਾ ਦੇ ਲੋਕ ਗੀਤ ਸਨ, ਉਹਨਾਂ ਦੇ ਵਿੱਚੋਂ ਚੰਨ ਵੇਖ ਸ਼ੌਂਕਣ ਮੇਲੇ ਦੀ, ਚੰਨ ਵੇਖ ਕੇ ਸ਼ੌਂਕਣ ਮੇਲੇ,
ਪੈਰ ਧੋ ਕੇ ਝਾਂਜਰਾਂ ਪਾਉਂਦੀ ਮੇਲ ਦੀ ਆਉਂਦੀ ਕਿ ਸ਼ੌਂਕਣ ਓਏ ਹੋਏ ਕਿ ਸ਼ੌਂਕਣ ਮੇਲੇ ਦੀ। ਅੱਜ ਕੱਲ੍ਹ ਇਹ ਜਿਹੇ ਗਾਣੇ ਕਿੱਥੇ ਸੁਣਨ ਨੂੰ ਮਿਲਦੇ ਨੇ। ਪਹਿਲਾ ਦੌਰ ਸੀ ਇਹ, ਮਤਲਬ 올ਡ ਇਜ਼ 골ਡ ਕਹਿੰਦੇ ਨੇ ਨਾ, 올ਡ ਇਜ਼ 골ਡ। ਤੇ ਹੁਣ ਆਪਾਂ ਰੀਕ੍ਰੀਏਸ਼ਨ ਦੀ ਥੋੜੀ ਜਿਹੀ ਗੱਲ ਕਰਦੇ ਹਾਂ, ਜਿੱਦਾਂ ਗਾਣੇ ਨੂੰ ਰੀਕ੍ਰੀਏਟ ਕੀਤਾ ਜਾ ਰਿਹਾ, ਰੀਕ੍ਰੀਏਸ਼ਨ ਕੀਤਾ ਜਾ ਰਿਹਾ, ਚਾਹੇ ਉਹ ਬਾਲੀਵੁੱਡ ਫਿਲਮਾਂ ਹੋਣ ਜਾਂ ਪੰਜਾਬੀ ਸੌਂਗ ਹੋਣ। ਇੱਕ ਮੈਸ਼ਅਪ ਨੇ ਬਾਲੀਵੁੱਡ ਮੈਸ਼ਅਪ, ਉਹ ਇੱਕਦਮ ਹੀ ਸਾਰੇ ਗਾਣੇ ਵਿੱਚ ਮਿਕਸ ਕਰ ਦਿੱਤੇ ਜਾਂਦੇ ਨੇ, ਨਾ ਉਹ ਸਮਝ ਆਉਂਦਾ ਨਾ ਉਹ ਸਮਝ ਆਉਂਦਾ। ਤੁਹਾਡੇ ਅਕੋਰਡਿੰਗ ਇਹ ਸਭ ਕੀ ਵਾਕਈ ਇਹ ਸਭ ਠੀਕ ਹੋ ਰਿਹਾ? ਆਡੀਅנס ਫਿਰ ਵੀ ਉਹਨੂੰ ਇੰਜੋਏ ਕਰ ਰਹੇ ਨੇ? ਉਹ ਕਿਉਂਕਿ ਆਡੀਅנס ਡਾਂਸ ਕਰਨਾ ਚਾਹੁੰਦੀ, ਜਿਹੜੀ ਸ਼ਾਦੀਆਂ ਵਿਆਹਾਂ ਤੇ ਜਿੱਥੇ ਪਾਰਟੀਆਂ ਚੱਲ ਰਹੀਆਂ ਨੇ ਉੱਥੇ ਇੱਕ ਰਿਦਮ ਲੋਕੀ ਮੰਗਦੇ ਨੇ ਕਿ ਅਸੀਂ ਡਾਂਸ ਕਰ ਸਕੀਏ। ਸੋ ਉਹਨਾਂ ਨੇ ਪੁਰਾਣੇ ਗੀਤਾਂ ਨੂੰ ਇੱਕ ਨਵਾਂ ਰਿਦਮ ਦਾ ਪੈਟਰਨ ਦੇ ਕੇ, ਹੋਰ ਮਿਊਜ਼ਿਕ ਇੰਸਟਰੂਮੈਂਟਸ ਪਾ ਕੇ ਤੇ ਉਹਨੂੰ ਇੱਕ ਰਿਦਮਿਕ ਜੀ ਚੀਜ਼ ਬਣਾਤੀ, ਜਾਂ ਉਹਨੂੰ ਰੈਪ ਬਣਾ ਦਿੱਤਾ। ਰੈਪ ਦੇ ਵਿੱਚ ਕਿਤੇ 2 ਲਾਈਨਾਂ ਪੁਰਾਣੇ ਗੀਤ ਦੀਆਂ ਪਾ ਲਈਆਂ ਨੇ ਤਾਂ ਕਿ ਉਹ ਪੁਰਾਣੀ ਦੀ ਵੀ ਉਹਨਾਂ ਨੂੰ ਫੀਲ ਰਵੇ ਤੇ ਨਵੇਂ ਦੀ ਵੀ ਫੀਲ ਆ ਜਾਏ। ਸੋ ਐਕਸਪੈਰੀਮੈਂਟੇਸ਼ਨ ਤੇ ਹਰ ਇੱਕ ਕੋਈ ਕਰਨਾ ਚਾਹੁੰਦਾ ਕਿਉਂਕਿ ਚੇਂਜ ਇਜ਼ ਦ ਸਪਾਈਸ ਆਫ ਲਾਈਫ। ਨਵੀਂ ਜਨਰੇਸ਼ਨ ਹਮੇਸ਼ਾ ਕੋਸ਼ਿਸ਼ ਕਰਦੀ ਹੈ ਕਿ ਨਵੀਆਂ ਨਵੀਆਂ ਚੀਜ਼ਾਂ ਕੀਤੀਆਂ ਜਾਣ, ਬਟ ਮੈਂ ਇਹੀ ਕਹਿੰਦੀ ਹਾਂ ਕਿ ਪੁਰਾਣੇ ਗੀਤਾਂ ਨੂੰ ਖਰਾਬ ਨਾ ਕਰੋ। ਪੁਰਾਣੇ ਗੀਤਾਂ ਨੂੰ ਜੇ ਹੋਰ ਖੂਬਸੂਰਤ ਬਣਾ ਸਕਦੇ ਹੋ ਤੇ ਜ਼ਰੂਰ ਰੀਮਿਕਸ ਕਰੋ। ਮਾਂ ਦੇ ਗੀਤ, ਮੇਰੇ ਗੀਤ ਰੀਮਿਕਸ ਹੋ ਰਹੇ ਨੇ। ਅੰਬਰਸਰ ਦੇ ਪਾਪੜ ਪਤਾ ਨਹੀਂ ਕਿੰਨੀ ਵਾਰੀ ਰੀਮਿਕਸ ਹੋ ਚੁੱਕਾ ਹੈ। ਮਦਾਨੀਆਂ ਹਾਇਓ ਮੇਰੇ ਡਾਢਿਆ ਰੱਬਾ, ਇਹ ਕਿੰਨੀ ਵਾਰੀ ਰੀਮਿਕਸ ਹੋ ਚੁੱਕਾ ਹੈ, ਬਟ ਜੋ ਓਰੀਜਨਲ ਹੈ ਉਹ ਓਰੀਜਨਲ ਹੀ ਹੈ। ਤੁਸੀਂ ਤੁਹਾਡੀ ਲਾਈਫ ਦਾ ਬੈਸਟ ਮੂਮੈਂਟ ਕਿਹੜਾ ਹੈ? ਮੇਰੀ ਲਾਈਫ ਅੱਛਾ, ਬੜੇ ਖੂਬਸੂਰਤ ਮੌਕੇ ਜ਼ਿੰਦਗੀ ਵਿੱਚ। ਬਿਨੂੰ ਮੈਂ ਦੱਸਦੀ ਹਾਂ ਕਿ 3 ਮਈ ਨੂੰ ਮੇਰੀ ਸਾਹਿਬ ਦੀ 50th ਐਨੀਵਰਸਰੀ ਸੀ। ਓਕੇ। ਗੋਲਡਨ ਜੁਬਲੀ ਮਨਾਈ, ਬਟ ਕੋਵਿਡ ਦੇ ਵਿੱਚ ਮਨਾਈ, ਇਸ ਕਰਕੇ ਪਾਰਟੀ ਵਾਰਟੀ ਕੋਈ ਨਹੀਂ ਹੋਈ। ਸਿਰਫ ਘਰ ਆਪਣੇ ਬੱਚਿਆਂ ਦੇ ਨਾਲ ਬੈਠ ਕੇ ਇੱਕ ਗੈਟ ਟੂਗੇਦਰ ਕੀਤਾ। ਔਰ ਕਰਨਲ ਸਾਹਿਬ ਦੇ ਨਾਲ ਸਾਰੀ ਜ਼ਿੰਦਗੀ ਜੋ ਉਹਨਾਂ ਨੇ ਮੈਨੂੰ ਪਿਆਰ ਮੁਹੱਬਤ ਤੇ ਮੈਨੂੰ ਬਹੁਤ ਪ੍ਰੋਟੈਕਟਡ ਰੱਖਿਆ, ਮੈਂ ਉਹਨਾਂ ਦੀ ਸ਼ੁਕਰਗੁਜ਼ਾਰ ਹਾਂ। ਉਹ ਬਹੁਤ ਪਿਆਰ ਕਰਦੇ ਨੇ ਮੈਨੂੰ। ਔਰ ਮੇਰੀ ਹਮੇਸ਼ਾ ਬਚਪਨ ਤੋਂ ਇਹ ਖੁਆਇਸ਼ ਸੀ ਕਿ ਮੈਂ ਇੱਕ ਅੱਛੀ ਬੇਟੀ ਬਣ ਕੇ ਰਵਾਂ ਆਪਣੇ ਮਾਂ-ਬਾਪ ਦੀ, ਫਿਰ ਸ਼ਾਦੀ ਹੋਏ ਤੇ ਇੱਕ ਹਸਬੈਂਡ ਦੀ ਅੱਛੀ ਬੀਵੀ ਬਣ ਕੇ ਰਵਾਂ, ਆਪਣੇ ਬੱਚਿਆਂ ਦੀ ਅੱਛੀ ਮਾਂ ਬਣ ਕੇ ਰਵਾਂ, ਔਰ ਆਪਣੇ ਦੋਸਤਾਂ ਵਾਸਤੇ ਇੱਕ ਅੱਛੀ ਦੋਸਤ ਬਣ ਕੇ ਰਵਾਂ। ਮੇਰੀ ਫਸਟ ਪ੍ਰਾਇੋਰਟੀ ਇਹੋ ਹੀ ਹਮੇਸ਼ਾ ਹੁੰਦੀ ਸੀ ਕਿ ਇਟਸ ਬੈਸਟ ਟੂ ਬੀ ਅ ਗੁੱਡ ਹਿਊਮਨ ਬੀਇੰਗ। ਬਾਕੀ ਕੋਈ ਗੱਲ ਮੇਰੇ ਵਾਸਤੇ ਮਤਲਬ ਨਹੀਂ ਰੱਖਦੀ। ਮੇਰੇ ਦੋਸਤ ਅੱਜ ਵੀ, ਜਿਹੜੇ ਪੁਰਾਣੇ ਦੋਸਤ ਨੇ, ਅੱਜ ਵੀ ਮੇਰੇ ਨਾਲ ਨੇ। ਮੇਰੇ ਸਾਰੀ ਫੈਮਿਲੀ ਮੈਨੂੰ ਬਹੁਤ ਪਿਆਰ ਕਰਦੀ ਹੈ। ਸੋ ਆਈ ਫੀਲ ਆਈ ਐਮ ਦ ਬਲੈਸਡ ਵਨ। ਡੋਲੀ ਜੀ, ਤੁਹਾਡਾ ਜੋਨਰ ਕੀ ਹੈ ਗਾਇਕੀ ਵਿੱਚ? ਤੁਸੀਂ ਹਰ ਤਰ੍ਹਾਂ ਦਾ ਗਾ ਸਕਦੇ ਹੋ ਜਾਂ ਕੋਈ ਪਾਰਟਿਕੂਲਰ ਜੋਨਰ ਹੈ ਜਿਹਨੂੰ ਤੁਸੀਂ ਜ਼ਿਆਦਾ ਹਾਈਲਾਈਟ ਕਰਨਾ ਪਸੰਦ ਕਰਦੇ ਹੋ? ਮੈਨੂੰ ਲੋਕਾਂ ਨੇ ਫੋਕ ਸਿੰਗਰ ਜ਼ਰੂਰ ਆਖਵਾ ਦਿੱਤਾ ਹੈ ਕਿਉਂਕਿ ਮੈਂ ਮਾਂ ਦੀ ਬੇਟੀ ਹਾਂ। ਮਾਂ ਫੋਕ ਸਿੰਗਰ ਮਸ਼ਹੂਰ ਹੋਈ, ਪਰ ਮੈਨੂੰ ਗੁਰਬਾਣੀ ਗਾਣਾ ਬਹੁਤ ਚੰਗੀ ਲੱਗਦੀ ਹੈ। ਮੈਂ ਸ਼ੁਰੂਆਤ ਹੀ ਗੁਰਬਾਣੀ ਤੋਂ ਕੀਤੀ ਸੀ। ਫਸਟ ਐਲਬਮ ਤੁਹਾਡੀ ਰਾਗ ਤੋਂ ਸਟਾਰਟ ਹੋਈ ਸੀ? ਰਾਗਾਂ ਦੇ ਵਿੱਚ, ਓਰੀਜਨਲ ਰਾਗਾਂ ਦੇ ਵਿੱਚ ਸ਼ਬਦ ਗੁਰਬਾਣੀ ਮੈਨੂੰ ਬਹੁਤ ਮਜ਼ਾ ਆਉਂਦਾ। ਪਰ ਮੈਨੂੰ ਭਜਨ ਵੀ ਬਹੁਤ ਅੱਛੇ ਲੱਗਦੇ ਨੇ, ਗਜ਼ਲਾਂ ਵੀ ਗਾਉਂਦੀ ਹਾਂ, ਸਭ ਜੋਨਰ ਸਾਰੇ ਗਾ ਲੈਂਦੀ ਹਾਂ, ਕੋਸ਼ਿਸ਼ ਕਰਨੀ ਹੈ। ਜਿਹੜਾ ਤੁਸੀਂ ਰਾਗ ਦੀ ਗੱਲ ਛੇੜੀ, ਤੁਹਾਡਾ ਫੇਵਰਟ ਰਾਗ ਕਿਹੜਾ ਤੁਸੀਂ ਗਾਇਆ ਸੀ ਪਹਿਲੀ ਵਾਰ ਫਸਟ? ਮੈਨੂੰ ਭੈਰਵੀ ਬਹੁਤ ਅੱਛਾ ਲੱਗਦਾ ਹੈ, ਮੈਨੂੰ ਸਾਰੰਗ ਬਹੁਤ ਅੱਛਾ ਲੱਗਦਾ ਹੈ, ਮੈਨੂੰ ਟੋਡੀ ਦੇ ਵਿੱਚ ਮੈਂ ਬਹੁਤ ਰਿਆਜ਼ ਕੀਤਾ ਹੋਇਆ, ਟੋਡੀ ਬਹੁਤ ਅੱਛਾ ਲੱਗਦਾ ਹੈ, ਔਰ ਮਾਲਕੌਂਸ ਵੀ ਬੜਾ ਅੱਛਾ ਲੱਗਦਾ ਹੈ, ਔਰ ਮੈਨੂੰ ਬਿਹਾਗ ਬਹੁਤ ਅੱਛਾ ਲੱਗਦਾ ਹੈ। ਬਟ ਕੰਪੋਜੀਸ਼ਨ ਫਿਰ ਮੈਂ ਇਹਨਾਂ ਰਾਗਾਂ ਦੇ ਵਿੱਚ ਹੀ ਕੰਪੋਜੀਸ਼ਨ ਕਰਨੀ ਆ ਗੁਰਬਾਣੀ ਦੀਆਂ। ਤਕਰੀਬਨ ਤਿਲੰਗ ਦੇ ਵਿੱਚ ਵੀ ਕੰਪੋਜੀਸ਼ਨਸ ਕੀਤੀਆਂ ਹੋਈਆਂ। ਰਾਗ ਤੇ ਸਾਰੇ ਬਹੁਤ ਖੂਬਸੂਰਤ ਨੇ, ਤੁਸੀਂ ਜਿਹੜਾ ਵੀ ਜਿਹਨੂੰ ਵੀ ਤੁਸੀਂ ਅਡੋਪਟ ਕਰ ਲਓ। ਔਰ ਪੰਜਾਬੀ ਸੰਗੀਤ ਦੇ ਵਿੱਚ ਸਾਰੰਗ ਦਾ ਯੂਜ਼ ਬਹੁਤ ਹੁੰਦਾ ਹੈ, ਭੈਰਵੀ ਬਹੁਤ ਗਾਈ ਜਾਂਦੀ ਹੈ। ਸੋ ਰਾਗ ਸਾਰੇ ਹੀ ਬਹੁਤ ਖੂਬਸੂਰਤ ਹੈ। ਡੋਲੀ ਜੀ, ਰਿयलिटी शोज बहुत ने टीवी ਤੇ ਇਸ ਟਾਈਮ, ਰਿयलिटी शोज, ਸਿੰਗਿੰਗ ਰਿयलिटी शोज, ਇੰਡੀਅਨ ਆਈਡਲ ਚਾਹੇ ਲਿਟਲ ਚੈਂਪਸ, ਸਭ ਕੁਝ ਰਿਪੀਟ ਮੋਡ ਤੇ ਆ ਰਿਹਾ। ਕਿਤੇ ਨਾ ਕਿਤੇ ਲੱਗਦਾ ਵੀ ਜਦੋਂ ਉਹਨਾਂ ਦੀ ਸਟਾਰਟਿੰਗ ਹੁੰਦੀ ਹੈ ਰਿयलिटी शोज ਦੀ, ਕਿਤੇ ਨਾ ਕਿਤੇ ਸੰਗੀਤ ਦਾ ਮਜ਼ਾਕ ਉਡਾਇਆ ਜਾਂਦਾ। ਹਰ ਤਰ੍ਹਾਂ ਦਾ ਬੰਦਾ ਹੁੰਦਾ ਹੈ, ਉਸ ਸੰਗੀਤ ਨੂੰ ਸੀਰੀਅਸ ਨਹੀਂ ਲੈਂਦਾ, ਜਿੱਦਾਂ ਉਹਦਾ ਮਨ ਕਰਦਾ ਉਹ ਗਾ ਦਿੰਦਾ ਹੈ, ਤੇ ਐਂਡ 'ਚ ਜਾ ਕੇ ਫਿਰ ਉਹ ਸੰਗੀਤ ਨੂੰ ਸਹੀ ਵੀ ਕਰ ਦਿੰਦੇ ਨੇ। ਤੇ ਇਹਦੇ ਬਾਰੇ ਕੀ ਵਿਊਜ਼ ਨੇ ਕਿ ਵਾਕਈ ਵਿੱਚ ਸੰਗੀਤ ਦੀ ਜਿਹੜੀ ਤਵੱਜੋ ਹੈ ਇੰਨੀ ਮਿਲਦੀ ਹੈ ਗਾਇਕੀ ਨੂੰ ਰਿयलिटी शोज ਦੇ ਜ਼ਰੀਏ, ਜਿਹੜੀ ਇੰਪੋਰਟੈਂਸ ਹੈ ਮਿਲਣੀ ਚਾਹੀਦੀ ਹੈ ਸਿੰਗਿੰਗ ਨੂੰ, ਮਿਲਦੀ ਹੈ ਜਾਂ ਨਹੀਂ ਮਿਲਦੀ ਹੈ? ਬੱਚੇ ਜਿਹੜੇ ਟੈਲੈਂਟ ਹੰਟਸ ਦੇ ਵਿੱਚ ਜਾਂਦੇ ਨੇ, ਜਿਹੜੇ ਤਿਆਰੀ ਕਰਕੇ ਆਉਂਦੇ ਨੇ, ਉਹ ਜ਼ਰੂਰ ਐਂਡ ਤੱਕ ਪਹੁੰਚਦੇ ਨੇ। ਜਿਹੜੇ ਤਿਆਰੀ ਕਰਕੇ ਨਹੀਂ ਆਉਂਦੇ, ਉਹ ਇਸ ਤਰ੍ਹਾਂ ਹੀ ਲੱਗਦਾ ਕਿ ਇੱਕ
ਕਈ ਦਾ ਨਾ ਇੱਕ ਮਜ਼ਾਕ ਹੀ ਹੋ ਗਿਆ ਕਿ ਤੁਸੀਂ ਹਰ ਤਰ੍ਹਾਂ ਦੀ ਚੀਜ਼ ਗਾ ਲਓ, ਕਿਸੇ ਦੇ ਵੀ ਗਾਣੇ ਕਿਉਂਕਿ ਉਹਦੇ ਤੇ ਤੁਹਾਡਾ ਓਰੀਜਨਲ ਤੇ ਕੁਝ ਹੁੰਦਾ ਨਹੀਂ, ਤੁਸੀਂ ਕਾਪੀ ਕਰਕੇ ਹੀ ਗਾਣਾ ਹੁੰਦਾ ਹੈ। ਲਤਾ ਜੀ ਦੇ ਗਾਣੇ ਕੁੜੀਆਂ ਗਾਉਂਦੀਆਂ ਨੇ, ਬੰਦਿਆਂ ਦੇ ਗਾਣੇ ਬॉयਜ਼ ਦੇ ਗਾਣੇ, ਨਵੇਂ ਸਿੰਗਰਸ ਦੇ ਗਾਣੇ ਕਾਪੀ ਕਰਦੇ ਨੇ। ਕੋਈ ਅਰੀਜੀਤ ਬਣਿਆ ਹੋਇਆ ਹੈ ਤੇ ਕੋਈ ਸੋਨੂ ਨਿਗਮ ਬਣਿਆ ਹੋਇਆ ਹੈ, ਤੇ ਵੱਖਰੇ ਵੱਖਰੇ ਸਾਰੇ ਜਿੰਨੇ ਫੇਮਸ ਸਿੰਗਰਸ ਨੇ ਉਹਨਾਂ ਦੇ ਗਾਣੇ ਕਾਪੀ ਕਰਕੇ ਤੇ ਉਹ ਗਾਉਂਦੇ ਨੇ। ਜੋ ਕਾਪੀ ਕਰਕੇ ਗਾਣਾ ਹੁੰਦਾ ਹੈ ਉਹ ਓਰੀਜਨਲ ਨਾਲੋਂ ਜ਼ਰੂਰ ਫਰਕ ਹੁੰਦਾ ਹੈ, ਬਟ ਉਹਦਾ ਜਦੋਂ ਜੱਜਸ ਉਹਦਾ ਅਸੈਸਮੈਂਟ ਕਰਦੇ ਆ, ਸੋ ਉਹ ਗਾਇਕੀ ਨੂੰ ਜ਼ਰੂਰ ਦੇਖਦੇ ਨੇ ਕਿ ਇਹਦੇ ਵਿੱਚ ਇਹ ਕੈਲੀਬਰ ਹੈ ਕਿ ਨਹੀਂ ਹੈ, ਔਰ ਫਿਰ ਉਹ ਸਿਲੈਕਟ ਕਰਦੇ ਨੇ। ਪਰ ਟ੍ਰੈਜੇਡੀ ਇਹ ਵੇ ਕਿ ਅਖੀਰ ਦੇ ਵਿੱਚ ਵਿਨਰ ਤੇ ਇੱਕੋ ਹੀ ਹੁੰਦਾ ਨਾ, ਬਾਕੀ ਸਾਰੇ ਜਿਹੜੇ ਉਹ ਪਿੱਛੇ ਰਹਿ ਜਾਂਦੇ ਨੇ। ਔਰ ਉਹ ਫਿਰ ਆਪਣੇ ਫੀਲਡ ਦੇ ਵਿੱਚ ਅੱਗੇ ਜਾ ਸਕਣ ਜਾਂ ਨਾ ਜਾ ਸਕਣ, ਇਹ ਜਾਂ ਤੇ ਉਹਨਾਂ ਦੀ ਕਿਸਮਤ ਹੈ, ਇਹ ਰੱਬ ਦੀ ਮਿਹਰ ਹੋਣੀ ਚਾਹੀਦੀ ਹੈ, ਜਾਂ ਫਿਰ ਉਹਨਾਂ ਦੀ ਆਪਣੀ ਮਿਹਨਤ ਹੋਣੀ ਚਾਹੀਦੀ ਹੈ। ਬੜੇ ਥੋੜੇ ਲੋਕ ਨੇ ਜਿਹੜੇ ਟੈਲੈਂਟ ਹੰਟ ਤੋਂ ਨਿਕਲ ਕੇ ਬਹੁਤ ਹਾਈਟਸ ਤੇ ਪਹੁੰਚਦੇ ਨੇ। ਡੋਲੀ ਜੀ, ਸਿੰਗਿੰਗ ਫੀਲਡ ਵਿੱਚ ਓਨਲੀ ਲੁਕਸ ਕਿੰਨਾ ਮੈਟਰ ਕਰਦੀਆਂ ਨੇ? ਲੁਕਸ ਜ਼ਿਆਦਾ ਮੈਟਰ ਕਰਦੀ ਨੇ ਜਾਂ ਬੰਦੇ ਦਾ ਗੁਣ ਜ਼ਿਆਦਾ ਮੈਟਰ ਕਰਦਾ ਹੈ? ਸਿੰਗਿੰਗ ਇੱਕ ਰੱਬ ਦਾ ਦਿੱਤਾ ਹੋਇਆ ਤੋਹਫਾ ਹੈ ਗਾਇਕੀ। ਹਾਂ ਬਿਲਕੁਲ ਬਿਲਕੁਲ, ਇਹ ਤੇ ਬੜੀ ਵਧੀਆ ਗੱਲ ਤੂੰ ਕਹੀ, ਕਿਉਂਕਿ ਜਦੋਂ ਤੁਸੀਂ ਪਰਫਾਰਮਰ ਬਣਦੇ ਹੋ ਤੇ ਤੁਹਾਨੂੰ ਆਡੀਅנס ਨੂੰ ਫੇਸ ਕਰਨਾ ਹੁੰਦਾ ਹੈ। ਮੇਰੇ ਫਾਦਰ ਸਾਈਕੋਲੋਜਿਸਟ ਸਨ ਤੇ ਉਹ ਇੱਕ ਗੱਲ ਕਹਿੰਦੇ ਹੁੰਦੇ ਸਨ ਕਿ ਰੱਬ ਨੇ ਤੁਹਾਨੂੰ ਇਹ ਦੇਣ ਦਿੱਤੀ ਹੈ ਕਿ ਤੁਹਾਡੇ ਵਿੱਚ ਇਹ ਕਰਿਸ਼ਮਾ ਹੈ ਕਿ ਤੁਸੀਂ ਹਜ਼ਾਰਾਂ ਲੋਕਾਂ ਦੇ ਸਾਹਮਣੇ ਇਕੱਲੇ ਬੈਠ ਕੇ ਉਹਨਾਂ ਨੂੰ ਐਂਟਰਟੇਨ ਕਰ ਰਹੇ ਹੋ। ਸੋ ਯੂ ਹੈਵ ਟੂ ਬੀ ਡਿਫਰੈਂਟ। ਤੁਸੀਂ ਇਹੋ ਜਿਹੇ ਹੋਣੇ ਚਾਹੀਦੇ ਹੋ ਕਿ ਤੁਹਾਡੀ ਲੁਕਸ ਤੋਂ, ਤੁਹਾਡੀ ਬਾਡੀ ਲੈਂਗੁਏਜ ਤੋਂ, ਤੁਹਾਡੇ ਹਰ ਹਰਕਤ ਤੋਂ, ਤੁਹਾਡਾ ਹਰ ਇਸ਼ਾਰਾ ਜਿਹੜਾ ਹੈ ਆਡੀਅנס ਦੇਖ ਰਹੀ ਹੈ। ਸੋ ਤੁਸੀਂ ਬਿਲਕੁਲ ਇੱਕ ਵਧੀਆ ਕੈਰੈਕਟਰ ਬਣ ਕੇ ਸਟੇਜ ਤੇ ਉਤਰਨਾ। ਲੁਕਸ ਮੈਟਰ ਅ ਲੋਟ। ਤੁਸੀਂ ਕਿਸ ਤਰ੍ਹਾਂ ਦੀਆਂ ਹਰਕਤਾਂ ਸਟੇਜ ਤੇ ਕਰ ਰਹੇ ਹੋ, ਤੁਸੀਂ ਸਟੇਜ ਤੇ ਫਜ਼ੂਲ ਐਕਸ਼ਨਸ ਕਰ ਰਹੇ ਹੋ ਤੇ ਉਹ ਤੇ ਬਿਲਕੁਲ ਵਾਜਿਬ ਨਹੀਂ ਹੈ, ਉਹ ਤੇ ਐਕਸੈਪਟੇਬਲ ਹੀ ਨਹੀਂ ਹੈ। ਆਡੀਅנס ਤੁਹਾਨੂੰ ਹੂਟ ਕਰ ਦੇਗੀ। ਇੱਕ ਡੀਸੈਂਟ ਪਰਫਾਰਮਰ ਹੋਣ ਵਾਸਤੇ ਤੁਹਾਨੂੰ ਇੱਕ ਗ੍ਰੇਸ ਮੇਨਟੇਨ ਕਰਨੀ ਹੁੰਦੀ ਹੈ, ਇੱਕ ਸਹੀ ਤਰੀਕੇ ਦੇ ਕੱਪੜੇ ਪਹਿਨਣੇ ਹੁੰਦੇ ਨੇ ਜਾ ਕੇ ਲੋਕੀ ਦੇਖ ਰਹੇ ਨੇ। ਕੁੜੀਆਂ ਨੂੰ ਨੰਗ ਮੈਂ ਤੇ ਬਹੁਤ ਗੁਰੇਜ਼ ਕਰਨੀ ਆ, ਮੈਨੂੰ ਤੇ ਬਹੁਤ ਬੁਰਾ ਲੱਗਦਾ ਹੈ। ਸਾਨੂੰ ਅਲਾਉਡ ਨਹੀਂ ਸੀ ਕਿ ਕੱਪੜੇ ਇਹੋ ਜਿਹੇ ਪਾਣੇ ਨੇ ਜਿਹਦੇ 'ਚ ਬਾਹਾਂ, ਸਰੀਰ ਕਿਤੋਂ ਵੀ ਨੰਗਾ ਨਜ਼ਰ ਆਏ। ਪੂਰੀਆਂ ਬਾਹਾਂ ਦੀਆਂ ਕਮੀਜ਼ਾਂ ਅੱਜ ਕੱਲ ਪਾਣੀਆਂ। ਕੁੜੀਆਂ ਸ਼ਾਰਟ ਕੱਪੜੇ ਪਾਉਂਦੀਆਂ ਨੇ, ਅੱਜ ਕੱਲ ਤੁਸੀਂ ਦੇਖੋ ਕੱਲਾ ਸ਼ਰਟ ਹੀ ਹੋਏਗਾ, ਨੀਚੇ ਵਾਲਾ ਸਭ। ਇਹ ਮਤਲਬ ਬਹੁਤ ਇਫੈਕਟ ਪਾਉਂਦਾ ਸੋਸਾਇਟੀ ਉੱਪਰ, ਗਲਤ ਇਫੈਕਟ ਪੈਂਦਾ ਇਹਦਾ। ਉਹ ਤੁਸੀਂ ਗਲਤ ਕਰ ਰਹੇ ਹੋ ਨਾ, ਉਹ ਤੇ ਫਿਰ ਤੁਸੀਂ ਆਪਣੀ ਬੋਡੀ ਦਾ ਪ੍ਰਦਰਸ਼ਨ ਕਰ ਰਹੇ ਹੋ ਨਾ, ਆਪਣੇ ਸੰਗੀਤ ਦਾ ਪ੍ਰਦਰਸ਼ਨ ਨਹੀਂ ਕਰ ਰਹੇ, ਤੁਸੀਂ ਆਪਣੀ ਬੋਡੀ ਦਾ ਪ੍ਰਦਰਸ਼ਨ ਕਰ ਰਹੇ ਹੋ। ਸੋ ਸੰਗੀਤ ਤੇ ਉਹ ਚੀਜ਼ ਨਹੀਂ ਹੈ। ਸੰਗੀਤ ਤੇ ਸੁਰਾਂ ਦਾ ਖੇਡ ਹੈ। ਤੁਹਾਡੀ ਗਾਇਕੀ ਦਾ ਅਸਰ ਹੋਣਾ ਚਾਹੀਦਾ ਹੈ, ਨਾ ਕਿ ਤੁਹਾਡੇ ਜਿਸਮ ਦਾ। ਬਟ ਐਟ ਦ ਸੇਮ ਟਾਈਮ ਤੁਸੀਂ ਪਰਫਾਰਮਰ ਜਦੋਂ ਬਣ ਜਾਂਦੇ ਹੋ, ਤੁਹਾਨੂੰ ਯੂ ਹੈਵ ਟੂ ਲੁੱਕ ਗੁੱਡ। ਤੁਹਾਨੂੰ ਕੋਈ ਐਵੇਂ ਫਜ਼ੂਲ ਦਾ ਮੇਕਅਪ ਕਰਕੇ, ਬੜੇ ਕਾਂਟੇ ਸ਼ਾਂਟੇ ਹੀਰੇ ਸ਼ੀਰੇ ਪਾ ਕੇ, ਇਹੋ ਜਿਹੇ ਚਮਕ ਦਮਕ ਕਰਕੇ ਕੋਈ ਮਤਲਬ ਨਹੀਂ ਹੈ। ਜਿੰਨੇ ਤੁਸੀਂ ਸਾਦੇ ਰਹੋਗੇ ਓਨਾ ਹੀ ਵਧੀਆ ਮਜ਼ਾ ਆਏਗਾ। ਬਿਲਕੁਲ। ਮੇਰੀ ਆਪਣੀ ਮੇਰਾ ਆਪਣਾ ਵਿਚਾਰ ਹੈ, ਲੋਕਾਂ ਦੇ ਵਿਚਾਰ ਫਰਕ ਹੋ ਸਕਦੇ ਬਹੁਤ ਨੇ। ਬਹੁਤ ਸੋਹਣਾ ਵਿਚਾਰ ਹੈ ਤੁਹਾਡਾ। ਮਤਲਬ ਮੇਰਾ ਵਿਚਾਰ ਵੀ ਸੇਮ ਹੈ ਕਿ ਜਿੰਨਾ ਸਿੰਪਲ ਰਹੋਗੇ ਨਾ, ਸਿੰਪਲਿਸਿਟੀ ਇਜ਼ ਦਾ ornament। ਬਿਲਕੁਲ ਬਿਲਕੁਲ। ਤੇ ਜਿੱਦਾਂ ਹਾਂ, ਪਤਾ ਲੱਗਦਾ ਹੈ ਤੁਹਾਡੀ ਸਿੰਪਲਿਸਿਟੀ ਤੋਂ, ਤੁਹਾਡਾ ਕੈਰੈਕਟਰ ਪਤਾ ਲੱਗਦਾ ਹੈ, ਤੁਹਾਡੇ ਆਓ ਭਾਵ ਤੋਂ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਦੇ ਇਨਸਾਨ। ਸੋ ਪਹਿਲਾ ਇਨਸਾਨ ਗਾਇਕੀ ਤੇ ਬਾਅਦ ਵਿੱਚ ਆਉਂਦੀ ਹੈ। ਹਾਂ ਅੱਜ ਕੱਲ ਇਹ ਟ੍ਰੈਂਡ ਕਾਫੀ ਚੱਲ ਰਹੀ, ਫੀਮੇਲ ਸਿੰਗਰਸ ਨੇ ਜਾਂ ਜ਼ਿਆਦਾਤਰ ਮੇਲਸ ਦੀਆਂ ਲਾਈਨਾਂ ਗਾਉਂਦੀਆਂ ਨੇ, ਇਹ ਟ੍ਰੈਂਡ ਚੱਲ ਪਿਆ ਇੰਡਸਟਰੀ ਵਿੱਚ। ਉਹ ਲੱਗਦਾ ਕਿ ਮੇਲ ਕੁੜੀਆਂ ਦੇ ਗਾਣੇ ਗਾ ਰਹੇ ਨੇ, ਉਹ ਗਾ ਰਹੇ ਨੇ ਮਾਹੀ ਵੇ ਤੇ ਕੁੜੀ ਬਣੇ ਨੇ, ਤੇ ਕੁੜੀਆਂ ਮੁੰਡਿਆਂ ਦੇ ਗਾਣੇ ਗਾ ਰਹੀਆਂ। ਮਤਲਬ ਇਹ ਗੱਲ ਸਮਝ ਨਹੀਂ ਆਈ ਮੈਨੂੰ, ਇਹ ਕੌਣ ਇਹੋ ਜਿਹੀ ਤਾਲੀਮ ਦਿੰਦਾ ਕਿ ਜਿਹੜਾ ਗੀਤ ਕੁੜੀਆਂ ਵਾਸਤੇ ਲਿਖਿਆ ਉਹਦੇ ਫੀਲਿੰਗਸ ਹੀ ਡਿਫਰੈਂਟ ਹੋਣਗੇ। ਇੱਕ ਲੜਕੀ ਹੈ ਜਿਹੜੀ ਉਹ ਮੁਹੱਬਤ ਕਰਦੀ ਹੈ ਕਿਸੇ ਨਾਲ, ਉਹਦਾ ਅੰਦਾਜ਼, ਉਹਦੇ ਫੀਲ ਡਿਫਰੈਂਟ ਹੋਏਗਾ ਇੱਕ ਮੁੰਡੇ ਨਾਲ। ਸੋ ਇਹ ਅੰਡਰਸਟੈਂਡ ਕਰਨਾ ਚਾਹੀਦਾ, ਜਿਹੜੇ ਰਾਈਟਰ ਨੇ ਉਹ ਕੁੜੀ ਦਾ ਗੀਤ ਲਿਖ ਰਹੇ ਨੇ ਤੇ ਸਿੰਗਰ ਗਾ ਰਿਹਾ ਹੈ ਮੇਲ, ਕੀ ਮਜ਼ਾ ਆਏਗਾ? ਫੀਲਿੰਗ ਹੀ ਕ੍ਰਾਸ ਹੋ ਗਈ ਹੈ ਨਾ। ਆਪੋਜ਼ਿਟ ਹੋ ਗਿਆ ਸਾਰਾ ਕੁਝ, ਇਹ ਤੇ ਆਪੋਜ਼ਿਟ ਹੋ ਗਿਆ। ਹੋਣੀ ਚਾਹੀਦੀ ਹੈ, ਉਹਨੂੰ ਇਹ ਸਮਝ ਕੇ ਗੀਤ ਗਾਣਾ ਚਾਹੀਦਾ। ਮੈਂ ਤੇ ਇਹੀ ਸਮਝਦੀ ਹਾਂ। ਤੇ ਡੋਲੀ ਜੀ, ਜਾਂਦੇ ਜਾਂਦੇ ਆਪਣੇ ਫੈਨਸ ਵਾਸਤੇ ਕੁਝ ਗਾਣੇ ਗਾਉਂਦੇ ਜਾਓ। ਲੱਠੀ ਦੀ ਚਾਦਰ, ਅੰਮ੍ਰਿਤਸਰ ਦੇ ਪਾਪੜ, ਜਿਹੜੇ ਥੋੜੇ ਫੇਮਸ ਸੌਂਗਸ ਨੇ, ਪਰਫੈਕਟ ਜੀ ਐਂਡਿੰਗ ਕਰਦੇ ਜਾਓ। ਅੱਛਾ
ਲੱਠੇ ਦੀ ਚਾਦਰ, ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਇਆ, ਆਬੋ ਸਾਹਮਣੇ ਕੋਲੋਂ ਦੀ ਰੁੱਸ ਕੇ ਨਾ ਲੰਗ ਮਾਇਆ। ਅੰਬਰਸਰੇ ਦੇ ਪਾਪੜ ਵੇ ਮੈਂ ਖਾਂਦੀ ਨਾ, ਤੂੰ ਕਰੇ ਮੈਂ ਆਕੜ ਵੇ ਮੈਂ ਸਹਿੰਦੀ ਨਾ, ਛਣਾ ਛਣਕ ਤੇਰੀ ਬੋਦੀ ਮੇਰੇ ਹੱਥ ਮੇਰੀ ਗੁੱਤ ਤੇਰੇ ਹੱਥ ਮਈਓ ਤੇਰੇ ਨਾਲ ਵਸੀਆਂ ਕਿ ਹੋਰ ਕੋਈ ਵਸੇ ਵੀ ਨਾ, ਮਈਓ ਤੇਰੇ ਨਾਲ ਨੈਟਵਰਕ ਇਸ਼ੂ ਆ ਰਿਹਾ ਤੇ ਵੀ ਨਾ ਨੈਟਵਰਕ ਕੱਟ ਗਿਆ ਸੀਗਾ ਜਦੋਂ ਤੁਸੀਂ ਅੰਮ੍ਰਿਤਸਰ ਦੇ ਪਾਪੜ ਗਏ ਸੀ। ਦੁਬਾਰਾ ਗਾ ਸਕਦੇ ਹੋ? ਨੈਟਵਰਕ ਬਲਰ ਆ ਗਿਆ ਸੀ ਬਿਲਕੁਲ। ਓਹੋ ਅੱਛਾ ਕਰਾਂ? ਹਾਂ ਹੁਣ ਕਰੋ। ਅੰਬਰਸਰੇ ਦੇ ਪਾਪੜ ਵੇ ਮੈਂ ਖਾਂਦੀ ਨਾ, ਤੂੰ ਕਰੇ ਮੈਂ ਆਕੜ ਵੇ ਮੈਂ ਸਹਿੰਦੀ ਨਾ, ਛਣਾ ਛਣਕ ਤੇਰੀ ਬੋਦੀ ਮੇਰੇ ਹੱਥ ਮੇਰੀ ਗੁੱਤ ਤੇਰੇ ਹੱਥ, ਜੇ ਤੂੰ ਰੱਖਣਾ ਹੈ ਰੱਖ, ਜੇ ਤੂੰ ਕੱਢਣਾ ਹੈ ਕੱਢ, ਮਈਓ ਤੇਰੇ ਨਾਲ ਵਸੀਆਂ ਕਿ ਹੋਰ ਕੋਈ ਵਸੇ ਵੀ ਨਾ, ਮਈਓ ਤੇਰੇ ਨਾਲ ਕੱਟੀਆਂ ਕਿ ਹੋਰ ਕੋਈ ਕੱਟੇ ਵੀ ਨਾ। ਦੇਖੋ ਇਹ ਓਰੀਜਨਲ ਬੈਸਟ ਆ। ਰੀਮਿਕਸ ਕਰਕੇ ਉਹਨਾਂ ਨੇ ਤਾਂ ਮਤਲਬ ਖਰਾਬ ਹੀ ਕਰ ਦਿੱਤਾ ਸੀ ਗਾਣੇ ਨੂੰ। ਇਹ ਗਾਣੇ ਜਿਹੜਾ ਪਿਓਰਿਟੀ ਹੈ ਉਹ ਮੈਨੂੰ ਤੁਹਾਡੇ ਥਰੂ ਸੁਣਨ ਨੂੰ ਮਿਲੀ ਹੈ, ਮਤਲਬ ਇੰਨੇ ਟਾਈਮ ਬਾਅਦ ਮੈਨੂੰ ਸੁਣਿਆ ਗਾਣਾ। ਥੈਂਕ ਯੂ ਸੋ ਮਚ। ਤਾਂ ਇਹ ਸੀਗੇ ਮੇਰੇ ਨਾਲ ਸਿੰਗਰ ਡੋਲੀ ਗੁਲੇਰੀਆ ਜੀ, ਜਿਨ੍ਹਾਂ ਨੇ ਲੋਕਡਾਊਨ ਬਾਰੇ ਵੀ ਗੱਲਾਂ ਕੀਤੀਆਂ ਤੇ ਸਾਨੂੰ ਹੋਰ ਗੱਲਾਂ ਦੱਸੀਆਂ ਕਿ ਅੱਜ ਕੱਲ੍ਹ ਜਿਹੜੀ ਔਰਤ ਦਾ ਗਹਿਣਾ ਉਹ ਸਿੰਪਲਿਸਿਟੀ ਹੈ, ਉਹਨੂੰ ਸਿੰਪਲੀ ਰਹਿਣਾ ਚਾਹੀਦਾ ਤੇ ਕੱਪੜੇ ਨਾਲ ਆਪਣਾ ਸਰੀਰ ਢੱਕ ਕੇ ਰੱਖਣਾ ਚਾਹੀਦਾ, ਨਾ ਕਿ ਅੰਗ ਪ੍ਰਦਰਸ਼ਨ ਕਰਨਾ ਚਾਹੀਦਾ ਹੈ। ਤੇ ਸਾਨੂੰ ਬਹੁਤ ਸੋਹਣੇ ਗਾਣੇ ਵੀ ਸੁਣਾਏ। ਬਣੇ ਰਹੋ TV NRI ਨਾਲ। Thank you so much, Dolly ji. Thank you so much. God bless you. Thank you. Take care ji. Okay.